ਅੰਤ ਨ ਪਾਵਤ ਦੇਵ ਸਭੈ ਮੁਨ ਇੰਦਰ ਮਹਾ ਸਿਵ ਜੋਗ ਕਰੀ। ਹੁਣ ਵੇਦ ਬਰੰਚ ਵਿਚਾਰ ਰਹਿਓ ਹਰ ਜਾਪ ਨ ਛਾਡਿਓ ਏਕ ਘਰੀ। ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜੁਨ ਮਾਹੇ ਧਰੀ। ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜੁਨ ਮਾਹੇ ਧਰੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਾਕੋ ਤੂੰ ਠਾਕੁਰ ਊਚ ਭਗਵਾਨਾ। ਸੁਕਾਉ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਨੂਰ ਅਰਸੋਂ ਕੁਰਸੋਂ ਝਟੀਐ। ਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹਲਾ ਪਹਿਲਾ ਘਰ ਦੂਜਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਕਿਉ ਸਿਮਰੀ ਸਿਵਰਿਆ ਨਹੀਂ ਜਾਏ। ਤਪੇ ਹਿਆਓ ਜੀੜਾ ਬਿਲਾਏ। ਸਿਰਜ ਸਵਾਰੇ ਸਾਚਾ ਸੋਏ। ਤਿਸ ਵਿਸਰਿਆ ਚੰਗਾ ਕਿਉ ਹੋਏ। ਹਿਕਮਤ ਹੁਕਮ ਨਾ ਪਾਇਆ ਜਾਏ। ਕਿਉ ਕਰ ਸਾਚ ਮਿਲੋ ਮੇਰੀ ਮਾਏ। ਕਿਉ ਸਿਮਰੀ ਸਿਵਰਿਆ ਨਹੀਂ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਪਤਿਤ ਪਾਵਨ ਕਿਰਪਾ ਨਿਧਾਨ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹੋ ਰਹੀ ਗੁਰੂ ਕੀ ਸੰਗਤ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਗੁਰਬਾਣੀ ਸਾਨੂੰ ਪੜ੍ਹਨ ਵਾਸਤੇ ਸਰਵਨ ਕਰਨ ਵਾਸਤੇ ਗੁਰਬਾਣੀ ਦੇ ਲਾਹੇ ਲੈਣ ਵਾਸਤੇ ਇਸ ਭਾਗਾ ਸਮਾਂ ਅੰਮ੍ਰਿਤ ਵੇਲੇ ਦਾ ਬਖਸ਼ਿਆ ਹੈ। ਸਤਿਗੁਰਾਂ ਨੇ ਹੁਣੇ ਹੁਣੇ ਆਪਾਂ ਨੂੰ ਪਵਿੱਤਰ ਬਾਣੀ ਸ੍ਰੀ ਆਸਾ ਦੀ ਵਾਰ ਇਸ ਬਾਣੀ ਦੇ ਨਾਲ ਮਹਾਰਾਜ ਸਾਹਿਬ ਜੀ ਨੇ ਨਵਾਜਿਆ ਹੈ। ਇਸ ਵੇਲੇ ਆਪਾਂ ਲੜੀਵਾਰ ਸਤਿਗੁਰਾਂ ਦੀ ਜੋ ਗੁਰਬਾਣੀ ਹੈ
ਉਸ ਨੂੰ ਸਰਵਣ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਇਕੱਤਰਤ ਹੋਏ ਹਾਂ। ਕਥਾ ਦੇ ਰੂਪ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਸਾਡੇ 'ਤੇ ਬਖਸ਼ਿਸ਼ਾਂ ਕਰ ਰਹੇ। ਆਓ ਕੁਝ ਸਮੇਂ ਲਈ ਮਨ ਦੇ ਧਿਆਨ ਨੂੰ ਟਿਕਾ ਕੇ ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹੱਲਾ ਪਹਿਲਾ ਘਰ ਦੂਜਾ। ਤਨਾਸਰੀ ਰਾਗ ਦਾ ਇਹ ਸ਼ਬਦ ਸਾਨੂੰ ਪ੍ਰਾਪਤ ਹੋ ਰਿਹਾ। ਮਹਾਰਾਜ ਜੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਰਾਗ ਰਾਗਣੀਆਂ ਜਿਹੜੀਆਂ ਹਨ ਉਹ ਬਖਸ਼ਿਸ਼ ਕੀਤੀਆਂ। ਬਹੁਤਾਤ ਆਪਾਂ ਬਚਨ ਇਹ ਸੁਣਦੇ ਹਾਂ ਕਿ 31 ਰਾਗਾਂ ਵਿੱਚ ਬਾਣੀ ਉਚਾਰੀ ਹੈ। ਇਹ 31 ਦੇ 31 ਰਾਗ ਨਹੀਂ, ਇਹਦੇ ਵਿੱਚ ਕੁਝ ਰਾਗਨੀਆਂ ਵੀ ਨੇ, ਰਾਗਾਂ ਦੀਆਂ ਇਸਤਰੀਆਂ। ਸੋ ਉਹਨਾਂ 31 ਰਾਗ ਰਾਗਨੀਆਂ ਵਿੱਚੋਂ ਇੱਕ ਇਹ ਰਾਗਨੀ ਹੈ ਧਨਾਸਰੀ, ਜਿਸ ਦਾ ਨਾਮ ਹੈ ਧਨਾਸਰੀ। ਇਹ ਪਾਂਚੋ ਗਾਈ ਮਾਲ ਰਾਗ ਕੋਸਕ ਸੰਗਲਾਈ ਮਹਾਰਾਜ ਨੇ ਬਚਨ ਵੀ ਲਿਖੇ। ਮਾਲ ਕੌਸਕ ਰਾਗ ਦੀ ਇਸਤਰੀ ਇਹ ਜੋ ਧਨਾਸਰੀ ਹੈ, ਇਸ ਨੂੰ ਗਾਉਣ ਦਾ ਦਿਨ ਦਾ ਤੀਜਾ ਪਹਿਰ ਵਿਦਵਾਨਾਂ ਨੇ ਲਿਖਿਆ। 12 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਦਾ ਜੋ ਸਮਾਂ ਹੈ, ਇਸ ਰਾਗ ਨੂੰ ਗਾਇਆ ਜਾ ਸਕਦਾ। ਔਰ ਇਸ ਰਾਗਨੀ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਉਪਦੇਸ਼ ਦੇ ਨਾਲ ਨਿਹਾਲ ਕਰਦੇ। ਦੂਜੇ ਘਰ ਦੇ ਅੰਦਰ ਗਾਉਣ ਦਾ ਸ਼ਬਦ ਇਹ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਅਕਾਲ ਪੁਰਖ ਨਿਰੰਕਾਰ ਇੱਕ ਹੈ ਭਾਈ, ਉਸ ਦਾ ਨਾਮ ਹੈ ਓੰਕਾਰ। ਏਕਾ ਲਾ ਕੇ ਮਹਾਰਾਜ ਨੇ ਇਹ ਸਪਸ਼ਟ ਕਰ ਦਿੱਤਾ ਵੀ ਉਹ ਇੱਕੋ ਹੀ ਹੈ, ਉਹਦੇ ਵਰਗਾ ਦੂਜਾ ਕੋਈ ਹੈ ਹੀ ਨਹੀਂ। ਦੂਜਾ ਕਾਹੇ ਸਿਮਰਿਏ ਜੋ ਜੰਮੈ ਤੈ ਮਰ ਜਾਏ, ਏਕੋ ਸਿਮਰੋ ਨਾਨਕਾ ਜੋ ਜਲ ਥਲ ਰਹਿਆ ਸਮਾਏ। ਉਹ ਇੱਕੋ ਹੀ ਹੈ ਜਿਹੜਾ ਜਲਾਂ ਵਿੱਚ, ਥਲਾਂ ਵਿੱਚ, ਧਰਤੀ ਆਕਾਸ਼ ਬ੍ਰਹਿਮੰਡ ਦੇ ਵਿੱਚ ਸਮਾਇਆ ਹੋਇਆ। ਦੂਜਾ ਕੋਈ ਹੈ ਹੀ ਨਹੀਂ। ਜੇ ਕੋਈ ਬਣਨ ਦਾ ਯਤਨ ਵੀ ਕਰਦਾ ਹੈ ਤੇ ਉਹ ਜੰਮੈ ਤੈ ਮਰ ਜਾਏ, ਉਹ ਜੰਮਣ ਮਰਨ ਵਾਲਾ ਹੈ। ਜੇ ਕਿਸੇ ਨੇ ਯਤਨ ਵੀ ਕੀਤਾ ਹੈ ਦੂਜਾ ਰੱਬ ਬਣਨ ਦਾ, ਪਰਮਾਤਮਾ ਇੱਕੋ ਹੀ ਹੈ ਜਿਹੜਾ ਸਾਰਿਆਂ ਥਾਵਾਂ 'ਤੇ ਸੁਭਾਏਮਾਨ ਹੈ। ਸਤਿਗੁਰੂ ਜੀ ਕਹਿਣ ਲੱਗੇ ਉਸ ਇੱਕ ਦਾ ਨਾਮ ਹੈ ਓੰਕਾਰ। ਤੇ ਸਤਿਗੁਰ ਪ੍ਰਸਾਦ ਐਸੇ ਨਿਰੰਕਾਰ ਦੀ ਪ੍ਰਾਪਤੀ ਗੁਰੂ ਬਖਸ਼ਿਸ਼ ਨਾਲ ਹੁੰਦੀ ਹੈ। ਗੁਰੂ ਪਾਤਸ਼ਾਹ ਰਹਿਮਤ ਕਰ ਦੇਣ, ਕਿਰਪਾ ਕਰ ਦੇਣ ਤੇ ਤਾਂ ਉਹ ਪ੍ਰਮਾਤਮਾ ਜਿਹੜੇ ਪ੍ਰਾਪਤ ਹੁੰਦੇ ਹਨ। ਕਿਉਂ ਸਿਮਰੀ ਸਿਵਰਿਆ ਨਹੀਂ ਜਾਏ। ਸਤਿਗੁਰੂ ਬਖਸ਼ਿਸ਼ ਕਰਦੇ, ਬੇਨਤੀ ਕਰਦਾ ਜਗਿਆਸੂ ਆ ਕੇ, ਕਿਉਂ ਸਿਮਰੀ, ਮੈਂ ਪ੍ਰਮਾਤਮਾ ਨੂੰ ਕਿਸ ਤਰ੍ਹਾਂ ਸਿਮਰਾਂ। ਕਾਰਨ ਕੀ ਹੈ? ਸਿਮਰਿਆ ਨਹੀਂ ਜਾਏ, ਉਹ ਮੇਰੇ ਕੋਲੋਂ ਸਿਮਰਿਆ ਨਹੀਂ ਜਾਂਦਾ। ਕਿਉਂ ਨਹੀਂ ਸਿਮਰਿਆ ਜਾਂਦਾ? ਉਹਦੇ ਵਿੱਚ ਤੇਰੇ ਮਨ ਦੇ ਵਿੱਚ ਕਾਮ ਕ੍ਰੋਧ ਨਗਰ ਬਹੁ ਭਰਿਆ। ਇਹ ਤੇਰਾ ਸਰੀਰ ਜਿਹੜਾ ਹੈ ਨਾ, ਸਰੀਰ ਰੂਪੀ ਪਿੰਡ ਕਹਿ ਲਈਏ, ਇਹ ਵਿਕਾਰਾਂ ਦੇ ਨਾਲ ਭਰਿਆ ਹੋਇਆ। ਪਹਿਲੀ ਤੇ ਗੱਲ ਇਹ ਹੈ ਕਿ ਜੀਵ ਸਿਮਰਨਾ ਨਹੀਂ ਚਾਹੁੰਦਾ, ਤੇ ਜੇ ਕੋਈ ਸਿਮਰਨ ਕਰਨਾ ਚਾਹੁੰਦਾ ਤੇ ਉਹਦਾ ਮਨ ਨਹੀਂ ਟਿਕਦਾ, ਜਾਂ ਸੰਸਾਰ ਦੇ ਧੰਦੇ ਜੰਜਾਲ ਇਹੋ ਜਿਹੇ ਗਲ ਵਿੱਚ ਪੈ ਜਾਂਦੇ ਕਿ ਉਸ ਪਾਸੇ ਆਉਣ ਨਹੀਂ ਦਿੰਦੇ। ਮਹਾਰਾਜ ਇੱਥੇ ਸਵਾਲ ਕਰਦੇ ਪਏ, ਕਹਿਣ ਲੱਗੇ ਕਿਉਂ ਸਿਮਰੀ, ਪਰਮਾਤਮਾ ਨੂੰ ਕਿਵੇਂ ਸਿਮਰਾਂ। ਉਹਦਾ ਕਾਰਨ ਇਹ ਹੈ ਕਿ ਸਿਮਰਿਆ ਨਹੀਂ ਜਾਏ, ਉਹ ਸਿਮਰਿਆ ਜਾਂਦਾ ਹੀ ਨਹੀਂ। ਜੇ ਮੈਂ ਯਤਨ ਕਰਦਾ ਤਾਂ ਵੀ ਨਹੀਂ ਸਿਮਰਿਆ ਜਾਂਦਾ। ਤੇ ਸਿਮਰਨ ਤੋਂ ਭਾਵ ਗੁਰਮੁਖੋ ਹੈ ਯਾਦ ਕਰਨਾ। ਮੈਂ ਯਾਦ ਕਰਨਾ ਚਾਹੁੰਦਾ ਪਰ ਤਾਂ ਵੀ ਉਹ ਯਾਦ ਨਹੀਂ ਹੁੰਦਾ। ਤੇ ਜੇ ਉਹ ਯਾਦ ਨਹੀਂ ਹੁੰਦਾ ਤੇ ਉਹਦਾ ਕਾਰਨ ਕੀ ਬਣ ਜਾਂਦਾ ਹੈ? ਉਹ ਮਹਾਰਾਜ ਫਰਮਾਉਂਦੇ ਹਨ, ਤਪੈ ਹਿਆਓ ਜੀੜਾ ਬਿਲਾਏ। ਇਹ ਜਿਹੜਾ ਹਿਆਓ ਹਿਰਦਾ ਹੈ ਨਾ, ਤਪਦਾ ਰਹਿੰਦਾ ਹਰ ਵੇਲੇ। ਜਿਹਦੇ ਕੋਲ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਹੈ ਨਾ, ਨਾਮ ਦੀ ਕਮਾਈ ਨਹੀਂ, ਉਹਦਾ ਮਨ ਹਰ ਵੇਲੇ ਤਪਦਾ ਰਹਿੰਦਾ। ਤੇ ਪਾਤਸ਼ਾਹ ਕਹਿਣ ਲੱਗੇ ਤਪੈ ਹਿਆਓ, ਹਿਆਓ ਹਿਰਦਾ, ਤਪੈ ਕਹੀਏ ਤਪਦਾ ਹੈ ਕਾਮ ਦੀ ਅੱਗ ਨਾਲ, ਕ੍ਰੋਧ ਦੀ ਅੱਗ ਨਾਲ, ਲੋਭ ਮੋਹ ਹੰਕਾਰ ਦੀ ਅੱਗ ਦੇ ਨਾਲ, ਤ੍ਰਿਸ਼ਨਾ ਦੀ ਅੱਗ ਦੇ ਨਾਲ। ਇਹ ਜਿਹੜਾ ਹਿਰਦਾ ਹੈ ਤਪਦਾ ਪਿਆ ਹੈ, ਸੜਦਾ ਪਿਆ ਹੈ।
ਇਥੇ ਬਸ ਨਹੀਂ ਜੀੜਾ ਬਿਲ ਲਾਏ। ਇਹ ਜਿਹੜਾ ਜੀੜਾ ਜੀਵ ਹੈ ਨਾ, ਇਹ ਵੀ ਬਿਲ ਲਾਏ ਕਹੀਏ ਵਰਲਾਪ ਹੀ ਕਰਦਾ। ਜਿਹਦੇ ਕੋਲ ਮਰਜ਼ੀ ਖੜ ਜਾਓ, ਵੇਖਣ ਨੂੰ ਲੱਗਦਾ ਕਿ ਇਹ ਬੜਾ ਸੁਖੀ ਹੈ, ਇਹ ਬੜਾ ਚੰਗਾ ਹੈ, ਇਹਦੇ ਕੋਲ ਸਾਰੇ ਪਦਾਰਥ ਨੇ। ਪਰ ਜਦੋਂ ਉਹਦੇ ਕੋਲ ਖੜ ਕੇ ਕੋਈ ਦੁੱਖ ਦੀ ਇੱਕ ਗੱਲ ਕਰੇ, ਤੂੰ ਤੇ ਇੱਕ ਗੱਲ ਸੁਣਾਈ ਹੈ, ਪਰ ਸੁਣਾਉਣ ਵਾਲੇ ਨੇ ਅੱਗੋਂ ਤੈਨੂੰ 10 ਗੱਲਾਂ ਦੁੱਖ ਦੀਆਂ ਸੁਣਾ ਦਿੱਤੀਆਂ। ਦੁੱਖ ਕੀਆਂ ਗੰਢਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ। ਜਿਵੇਂ ਕਿਸੇ ਨੇ ਗੰਢ ਬੱਧੀ ਹੈ ਨਾ, ਪੋਟੜੀ ਬੱਧੀ, ਪੰਡ ਬੱਧੀ ਹੈ, ਅਤੇ ਪੰਡ ਖੋਲੀਏ ਅਤੇ ਉਹਦੇ ਵਿੱਚੋਂ ਬੇਸ਼ੁਮਾਰ ਵਸਤੂਆਂ, ਬੇਅੰਤ ਕੱਪੜੇ ਨਿਕਲ ਆਉਂਦੇ। ਪੋਟਲੀ ਇੱਕੋ ਹੀ ਹੈ, ਕੱਪੜੇ ਵਿੱਚੋਂ ਕਈ ਨਿਕਲ ਆਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਰੀਰ ਰੂਪੀ ਪੋਟਲੀ ਜਦੋਂ ਖੁੱਲ੍ਹਦੀ ਹੈ ਨਾ ਮੂੰਹ ਦੇ ਨਾਲ ਕਿਸੇ ਦੇ ਸਾਹਮਣੇ, ਅਤੇ ਫਿਰ ਬੰਦਾ ਦੱਸਦਾ ਮੈਨੂੰ ਆਹ ਵੀ ਦੁੱਖ ਹੈ, ਮੈਨੂੰ ਆਹ ਵੀ ਦੁੱਖ ਹੈ, ਮੈਨੂੰ ਆਹ ਵੀ ਦੁੱਖ ਹੈ। ਉਹਨਾਂ ਦੁੱਖਾਂ ਕਰਕੇ ਇਹ ਜਿਹੜਾ ਜੀਵ ਹੈ ਨਾ, ਬਿਲ ਲਾਏ ਵਿਰਲਾਪ ਕਰਦਾ ਸਾਰਿਆਂ ਦੇ ਕੋਲ ਜਾ ਕੇ, ਮੈਨੂੰ ਇਸ ਦੁੱਖ ਤੋਂ ਬਚਾ ਲਵੋ, ਮੈਨੂੰ ਇਸ ਦੁੱਖ ਤੋਂ ਕੱਢ ਲਵੋ। ਉੱਚੀ ਉੱਚੀ ਆਵਾਜ਼ਾਂ ਦਿੰਦਾ, ਕੂਕਾਂ ਦਿੰਦਾ, ਵਿਰਲਾਪ ਕਰਦਾ, ਰੋਂਦਾ ਹੈ। ਰੋਣ ਦਾ ਕਾਰਨ ਇਹ ਆ ਵੀ ਇਹਦਾ ਹਿਰਦਾ ਤਪਦਾ ਪਿਆ। ਤਪਦਾ ਕਿਉਂ ਪਿਆ? ਕਿਉਂਕਿ ਇਹਦੇ ਵਿੱਚ ਵਿਕਾਰ ਇਕੱਠੇ ਕਰਕੇ ਬੈਠੇ ਹੋਏ। ਉਹ ਇਹਨੂੰ ਸਿਮਰਨ ਨਹੀਂ ਕਰਨ ਦਿੰਦੇ, ਇਹਨੂੰ ਨਾਮ ਨਹੀਂ ਜਪਣ ਦਿੰਦੇ। ਚਾਹੁੰਦਾ ਹੈ ਨਾਮ ਜਪਾਂ, ਪਰ ਜਪਿਆ ਨਹੀਂ ਜਾਂਦਾ, ਕਿਉਂਕਿ ਹਿਰਦੇ ਵਿੱਚ ਵਿਕਾਰਾਂ ਨੇ ਤਪਸ਼ ਪਾਈ ਹੋਈ ਹੈ। ਹਿਰਦਾ ਵਿਕਾਰਾਂ ਦੇ ਨਾਲ ਸੜਦਾ ਪਿਆ, ਤੇ ਜੀਵ ਵਾਰ-ਵਾਰ ਵਿਰਲਾਪ ਕਰਕੇ ਦੁਖੀ ਹੁੰਦਾ ਹੈ। ਸਿਰਜ ਸਵਾਰੇ ਸਾਚਾ ਸੋਏ। ਉਹ ਜਿਹੜਾ ਪਰਮਾਤਮਾ ਨਾ ਭਾਈ, ਉਹਨੇ ਪਹਿਲਾਂ ਇਸ ਜੀਵ ਦੇ ਸਰੀਰ ਨੂੰ ਸਿਰਜਿਆ, ਤੇ ਸਰੀਰ ਨੂੰ ਸਿਰਜਣ ਤੋਂ ਮਗਰੋਂ ਫਿਰ ਸਵਾਰਿਆ ਅੰਗਾਂ ਪ੍ਰਤੰਗਾਂ ਦੇ ਨਾਲ। ਜਦੋਂ ਸਰੀਰ ਦੀ ਬਣਤਰ ਬਣਦੀ ਹੈ ਨਾ, ਸਰੀਰ ਬਣਨਾ ਸ਼ੁਰੂ ਹੁੰਦਾ, ਪਹਿਲਾਂ ਇੱਕ ਮਾਸ ਦਾ ਨਿੱਕਾ ਜਿਹਾ ਟੁਕੜਾ ਹੈ, ਫਿਰ ਹੌਲੀ ਹੌਲੀ ਜਿਵੇਂ ਮਹੀਨੇ ਅੱਗੇ ਲੰਘਦੇ ਨੇ, ਫਿਰ ਹੌਲੀ ਹੌਲੀ ਸਰੀਰ ਦੀ ਬਣਤਰ ਬਣਦੀ ਹੈ, ਉਹਦੇ ਅੰਗ ਪੈਰ ਬਣ ਜਾਂਦੇ। ਨਾ ਰਹਿ ਕੇ ਮਾਦਾ ਹੈ, ਸਰੀਰ ਦੀ ਬਣਤਰ ਬਣਦੀ ਹੈ, ਭਰੂਣ ਬਣ ਜਾਂਦਾ, ਫਿਰ ਹੌਲੀ ਹੌਲੀ ਸਰੀਰ ਦਾ ਆਕਾਰ ਬਣ ਜਾਂਦਾ, ਫਿਰ ਦੁਨੀਆ ਵਿੱਚ ਆ ਜਾਂਦਾ। ਮਹਾਰਾਜ ਕਹਿਣ ਲੱਗੇ, ਅਕਾਲ ਪੁਰਖ ਨੇ ਤੈਨੂੰ ਸਿਰਜਿਆ ਹੈ, ਤੇਰਾ ਸਰੀਰ ਜਿਹੜਾ ਨਾ ਮਾਤਾ ਦੇ ਪੇਟ ਦੇ ਵਿੱਚ, ਉਦਰ ਦੇ ਵਿੱਚ ਰੱਖ ਕੇ, ਤੇ ਫਿਰ ਇਸ ਨੂੰ ਸਵਾਰਿਆ ਹੈ ਅੰਗਾਂ ਦੇ ਨਾਲ। ਸੋਹਣੇ ਅੰਗ ਲਾ ਕੇ, ਹੱਥ ਪੈਰ ਲਾ ਕੇ, ਤੇਰੇ ਸਰੀਰ ਨੂੰ ਚਮੜੀ ਦੇ ਕੇ, ਕੰਨ ਦੇ ਕੇ, ਨੱਕ ਦੇ ਕੇ, ਅੱਖਾਂ ਦੇ ਕੇ, ਇਸ ਨੂੰ ਸਵਾਰ ਕੇ ਫਿਰ ਦੁਨੀਆ 'ਤੇ ਲੈ ਕੇ ਆਉਂਦਾ। ਐਸੀਆਂ ਬਖਸ਼ਿਸ਼ਾਂ ਉਸ ਪਰਮਾਤਮਾ ਨੇ ਤੇਰੇ 'ਤੇ ਕੀਤੀਆਂ। ਫਿਰ ਮਹਾਰਾਜ ਫਰਮਾਉਂਦੇ ਹਨ, ਸਿਰਜ ਸਵਾਰੇ ਸਾਚਾ ਸੋਏ। ਉਹ ਅਕਾਲ ਪੁਰਖ ਭਾਈ ਪਹਿਲਾਂ ਜੀਵ ਨੂੰ ਸਿਰਜ ਕੇ ਦੁਨੀਆ 'ਤੇ ਲੈ ਕੇ ਆਉਂਦਾ ਹੈ। ਜਦੋਂ ਦੁਨੀਆ 'ਤੇ ਆ ਜਾਂਦਾ, ਫਿਰ ਇਸ ਦੇ ਦੁਨੀਆ 'ਤੇ ਆਏ ਹੋਏ ਉਹ ਕੰਮ ਸਵਾਰਦਾ ਹੈ। ਕਿਵੇਂ ਕੰਮ ਸਵਾਰਦਾ ਹੈ? ਮਹਾਰਾਜ ਕਹਿਣ ਲੱਗੇ, ਪਹਿਲੇ ਪਿਆਰ ਲੱਗਾ ਥਣ ਦੁੱਧ। ਜਦੋਂ ਦੁਨੀਆ 'ਤੇ ਆਇਆ ਨਾ, ਹੱਥੋਂ ਹੱਥ ਨਚਾਈਐ ਬਣਜਾਰਿਆ ਮਿੱਤਰਾ, ਜਿਉਂ ਬਸਦਾ ਜੋ ਕਾਨ। ਮਹਾਰਾਜ ਕਹਿਣ ਲੱਗੇ, ਜਦੋਂ ਦੁਨੀਆ 'ਤੇ ਆਇਆ, ਨਾ ਆਪਣੇ ਆਪ ਇਹ ਤੁਰ ਸਕਦਾ, ਨਾ ਖਾ ਸਕਦਾ, ਨਾ ਬੋਲ ਸਕਦਾ, ਨਾ ਦੱਸ ਸਕਦਾ ਹੈ। ਤੇ ਵੇਖ, ਤੈਨੂੰ ਪਰਮਾਤਮਾ ਨੇ ਦੁਨੀਆ 'ਤੇ ਲਿਆਉਂਦਿਆਂ ਨਾਲ ਹੀ ਸਿਰਜ ਕੇ ਬਣਾ ਕੇ ਫਿਰ ਤੈਨੂੰ ਸਵਾਰਿਆ। ਤੇਰੇ ਕੰਮ ਵੀ ਆਪੇ ਸਵਾਰਦਾ ਪਿਆ। ਮਾਂ ਰੂਪ ਹੋ ਕੇ ਦੁੱਧ ਦਿੰਦਾ ਪਿਆ, ਬਾਪ ਰੂਪ ਹੋ ਕੇ ਤੈਨੂੰ ਪਾਲਦਾ ਪਿਆ ਹੈ, ਰਿਸ਼ਤੇਦਾਰ ਰੂਪ ਹੋ ਕੇ ਤੈਨੂੰ ਖਿਡਾਉਂਦਾ ਪਿਆ ਹੈ, ਤੇਰੇ ਦੁੱਖ ਸੁੱਖ ਨੂੰ ਸੁਣਦਾ ਪਿਆ ਤੇ ਦੁੱਖਾਂ ਨੂੰ ਦੂਰ ਕਰਦਾ ਪਿਆ। ਇਹ ਸਾਰੀਆਂ ਬਖਸ਼ਾਂ ਕੌਣ ਕਰਦਾ ਪਿਆ? ਕਹਿੰਦੇ ਪਰਮਾਤਮਾ ਹੀ ਕਰਦਾ ਭਾਈ, ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਬੈਠਾ ਹੋਇਆ। ਜਨਮ ਲੈ ਕੇ ਦੁਨੀਆ 'ਤੇ ਆਇਆ, ਪੀਣ ਦਾ ਪ੍ਰਬੰਧ ਕੀਤਾ, ਖਿਡਾਉਣ ਦਾ ਪ੍ਰਬੰਧ ਕੀਤਾ, ਸਾਰੇ ਪ੍ਰਬੰਧ ਪਰਮਾਤਮਾ ਨੇ ਕੀਤੇ ਤੇਰੇ ਵਾਸਤੇ। ਪਰ ਕਦੇ ਸ਼ੁਕਰਾਨਾ ਨਹੀਂ, ਕਦੇ ਧੰਨਵਾਦ ਨਹੀਂ। ਪਾਤਸ਼ਾਹ ਕਹਿਣ ਲੱਗੇ, ਸਿਰਜ ਪਹਿਲਾਂ ਤੇਰੇ ਸਰੀਰ ਨੂੰ ਸਿਰਜਿਆ ਹੈ, ਬਣਾਇਆ ਹੈ, ਫਿਰ ਸਵਾਰੇ, ਫਿਰ ਤੇਰੇ ਸਾਰੇ ਕੰਮਾਂ ਨੂੰ ਸਵਾਰਦਾ ਪਿਆ। ਜਨਮ ਤੋਂ ਲੈ ਕੇ ਸਰੀਰ ਛੱਡਣ ਤੱਕ ਤੇਰੇ ਵਿਗੜਦੇ ਹੋਏ ਕਾਰਜਾਂ ਨੂੰ ਉਹ ਸਵਾਰ ਦਿੰਦਾ, ਬਣਾ ਦਿੰਦਾ। ਸਾਚਾ ਸੋਏ, ਇਸ ਤਰ੍ਹਾਂ ਦਾ ਉਹ ਪਰਮਾਤਮਾ ਸੱਚਾ ਹੈ, ਐਸੀ ਉਸ ਦੀ ਸੱਚੀ ਸੁਭਾ ਹੈ। ਤਿਸ ਵਿਸਰਿਆ ਚੰਗਾ ਕਿਉਂ ਹੋਏ? ਮਹਾਰਾਜ ਕਹਿਣ ਲੱਗੇ, ਭਾਈ ਉਹਨੂੰ ਭੁਲਾ ਕੇ ਤੇ ਫਿਰ ਤੂੰ ਆਖੇ ਵੀ ਮੇਰਾ ਚੰਗਾ ਹੋ ਜਾਵੇ, ਭਲਾ ਹੋ ਜਾਵੇ, ਤੇ ਹੋ ਨਹੀਂ ਨਾ ਸਕਦਾ।
ਦੁਨੀਆ 'ਤੇ ਸਾਡੇ 'ਤੇ ਕੋਈ ਇੱਕ ਪਰਉਪਕਾਰ ਕਰ ਦੇਵੇ ਅਤੇ ਅਸੀਂ ਉਹਦੇ ਪਰਉਪਕਾਰ ਅਹਿਸਾਨ ਨੂੰ ਮੰਨੀਏ ਨਾ, ਅਤੇ ਉਹ ਸਾਨੂੰ ਹਰ ਵੇਲੇ ਬਦਦੁਆਵਾਂ ਦਿੰਦਾ, ਹਰ ਵੇਲੇ ਉਲਾਂਭੇ ਦਿੰਦਾ, ਹਰ ਵੇਲੇ ਉਹ ਮਾੜਾ ਕਹਿੰਦਾ ਵੀ ਮੈਂ ਇਹਦੇ ਕੰਮ ਆਇਆ ਪਰ ਇਹਨੇ ਮੈਨੂੰ ਜਾਣਿਆ ਹੀ ਕੋਈ ਨਹੀਂ। ਅਤੇ ਕੋਈ ਸਾਡੇ ਵਾਸਤੇ ਮਾੜਾ ਬੋਲੇ ਅਤੇ ਮਾੜਾ ਕਵੇ ਅਤੇ ਫਿਰ ਉਹ ਕੰਮ ਸੂਤਰ ਨਹੀਂ ਨਾ ਆਉਂਦਾ, ਆਤਮਾ ਖੁਸ਼ ਨਹੀਂ ਨਾ ਹੁੰਦੀ। ਅਤੇ ਪਰਮਾਤਮਾ ਨੇ ਤੈਨੂੰ ਵੇਖ ਤੇਰੇ ਸਰੀਰ ਨੂੰ ਬਣਾਇਆ, ਫਿਰ ਸਰੀਰਾਂ ਦੀ ਬਣਤਰ ਬਣਾਈ ਹੈ, ਹੱਥ ਪੈਰ ਲਾਏ, ਫਿਰ ਤੈਨੂੰ ਦੁਨੀਆ 'ਤੇ ਲੈ ਕੇ ਆਇਆ, ਫਿਰ ਤੇਰੇ ਖਾਣ ਪੀਣ ਦਾ ਉਸਨੇ ਪ੍ਰਬੰਧ ਕੀਤਾ। ਇੰਨਾ ਕੁਝ ਜਿਸ ਨੇ ਕੀਤਾ ਹੈ, ਤੂੰ ਉਸ ਨੂੰ ਫਿਰ ਵੀ ਸਿਮਰਦਾ ਨਹੀਂ, ਅਤੇ ਫਿਰ ਤੇਰਾ ਚੰਗਾ ਕਿਵੇਂ ਹੋ ਸਕਦਾ, ਤੇਰਾ ਭਲਾ ਕਿਵੇਂ ਹੋ ਸਕਦਾ? ਨਹੀਂ ਹੋ ਸਕਦਾ। ਇਸ ਵਿਸਰਿਆ ਹੈ ਪਰਮਾਤਮਾ ਨੂੰ ਵਿਸਾਰਨ ਦੇ ਨਾਲ, ਭੁਲਾਉਣ ਦੇ ਨਾਲ ਚੰਗਾ ਕਿਉਂ ਹੋਏ? ਤੇਰਾ ਚੰਗਾ ਨਹੀਂ ਕੁਝ ਵੀ ਹੋਣਾ, ਜਦੋਂ ਹੋਣਾ ਨੁਕਸਾਨ ਹੋਣਾ, ਜਦੋਂ ਹੋਣਾ ਮਾੜਾ ਹੋਵੇਗਾ। ਇਸ ਕਰਕੇ ਤੇਰਾ ਮਾੜਾ ਹੋਵੇ ਉਸ ਤੋਂ ਪਹਿਲਾਂ ਪਰਮਾਤਮਾ ਦੇ ਨਾਮ ਨੂੰ ਜਪ ਕੇ ਆਪਣਾ ਭਲਾ ਕਰ, ਉਹਦੇ ਨਾਮ ਨੂੰ ਵਿਸਾਰਨਾ ਨਾ ਕਰ। ਹਿਕਮਤ ਹੁਕਮ ਨਾ ਪਾਇਆ ਜਾਏ। ਜੇ ਕੋਈ ਬੰਦਾ ਇਹ ਗੱਲ ਕਵੇ ਨਾ ਵੀ ਪਰਮਾਤਮਾ ਨੂੰ ਮਿਲਣ ਦੀ ਮੇਰੇ ਕੋਲ ਦਵਾਈ ਹੈ, ਮੇਰੇ ਕੋਲ ਆਹ ਪੁੜੀ ਲੈ ਜਾਵੋ ਤੇ ਮੈਂ ਰੱਬ ਦੇ ਨਾਲ ਮਿਲਾ ਦਿਆਂਗਾ, ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਨਹੀਂ, ਹਿਕਮਤ ਨਾਮ ਗੁਰਮੁਖੋ ਦਵਾਈ ਦਾ ਹੀ ਹੈ। ਦਵਾਈਆਂ ਦੇ ਨਾਲ, ਆਪਰੇਸ਼ਨ ਦੇ ਨਾਲ, ਪੁੜੀ ਦੇ ਨਾਲ ਪਰਹੇਜ਼ ਕੀਤਿਆਂ ਰੱਬ ਨਹੀਂ ਪਾਇਆ ਜਾਂਦਾ। ਕੋਈ ਡਾਕਟਰ ਇਹ ਗੱਲ ਕਹਿ ਦੇਵੇ, ਕੋਈ ਵੈਦ ਹਕੀਮ ਇਹ ਗੱਲ ਕਹਿ ਦੇਵੇ, ਕੋਈ ਅੱਖਾਂ ਬੰਦ ਕਰਕੇ ਗਲ ਵਿੱਚ ਮਾਲਾ ਪਾ ਕੇ ਫੂਕਾਂ ਮਾਰਨ ਵਾਲਾ ਕੋਈ ਪਖੰਡੀ ਕਹਿ ਦੇਵੇ ਵੀ ਮੇਰੇ ਕੋਲ ਆਓ ਅਤੇ ਆਹ ਮੇਰੇ ਕੋਲ ਦਵਾਈ ਹੈ, ਲੈ ਕੇ ਜਾਓ ਅਤੇ ਤੁਹਾਨੂੰ ਰੱਬ ਮਿਲ ਜਾਏਗਾ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਨਹੀਂ, ਕਿਸੇ ਦਵਾਈ ਬੂਟੀ ਦੇ ਨਾਲ ਉਹ ਪਰਮਾਤਮਾ ਨਹੀਂ ਪਾਇਆ ਜਾਂਦਾ। ਨਾ ਕੋਈ ਵੈਦ ਹਕੀਮ ਅਤੇ ਨਾ ਕੋਈ ਤਾਂਤਰਿਕ ਜਿਹੜਾ ਉਹ ਪਰਮਾਤਮਾ ਨੂੰ ਮਿਲਾ ਨਹੀਂ ਸਕਦਾ, ਕਿਉਂਕਿ ਇਹ ਦਾਤ ਕੇਵਲ ਗੁਰੂ ਦੇ ਕੋਲ ਹੀ ਹੈ। ਗੁਰੂ ਤੋਂ ਬਿਨਾਂ ਹੋਰ ਕਿਸੇ ਕੋਲ ਇਹ ਦਾਤ ਨਹੀਂ ਹੈ। ਕਿਸੇ ਵੀ ਵਸਤੂ ਦੇ ਨਾਲ ਪਰਮਾਤਮਾ ਪਾਇਆ ਨਹੀਂ ਜਾਂਦਾ। ਤੇ ਸਾਹਿਬ ਕਬੀਰ ਜੀ ਕਹਿਣ ਲੱਗੇ ਕੰਚਨ ਸਿਉ ਪਾਈਐ ਨਹੀਂ ਤੋਲ। ਰੱਬ ਜੇ ਦਵਾਈ ਬੂਟੀ ਨਾਲ ਮਿਲਦਾ ਹੋਵੇ, ਦੁਨੀਆ ਦੇ ਲੋਕ ਮਿਲਾ ਸਕਦੇ ਹੋਣ, ਤੇ ਫਿਰ ਧਨ ਦੇਣ ਵਾਸਤੇ ਭਾਵੇਂ ਸੋਨਾ ਤੇ ਚਾਂਦੀ ਆਪਣੇ ਭਾਰ ਬਰਾਬਰ ਤੋਲ ਕੇ ਕਿਉਂ ਨਾ ਦੇਣਾ ਪਵੇ, ਦੁਨੀਆ ਦੇ ਲੋਕ ਦੇ ਸਕਦੇ। ਇੰਨੀ ਮਾਇਆ ਤੇ ਇੰਨਾ ਧਨ ਪਿਆ ਹੋਇਆ, ਪਰ ਕਹਿਣ ਲੱਗੇ ਮਿਲਦਾ ਨਹੀਂ ਨਾ ਇਸ ਤਰ੍ਹਾਂ ਦਾ। ਕੁਝ ਲੋਕਾਂ ਨੇ ਪਖੰਡ ਜ਼ਰੂਰ ਕੀਤੇ ਨੇ ਕਿ ਮੇਰੇ ਕੋਲ ਆਓ, ਮੈਂ ਮੰਤਰ ਦੇਵਾਂਗਾ, ਅੱਖਾਂ ਬੰਦ ਕਰਕੇ ਬੈਠੋ, ਤੁਹਾਨੂੰ ਇਹ ਦਿਸ ਪਵੇਗਾ, ਉਹ ਮਿਲ ਜਾਵੇਗਾ। ਭਰਮ ਨੇ, ਪਖੰਡ ਨੇ। ਗੁਰੂ ਨਾਨਕ ਦੇਵ ਮਹਾਰਾਜ ਇੱਕ ਵਾਰੀ ਯਾਤਰਾ ਕਰਦਿਆਂ ਇੱਕ ਇਲਾਕੇ ਵਿੱਚ ਪਹੁੰਚੇ, ਅਤੇ ਇੱਥੇ ਇੱਕ ਪੰਡਤ ਪਖੰਡੀ ਬੈਠਾ ਹੋਇਆ, ਭਰਮ ਕਰਦਾ ਪਿਆ। ਦੁਨੀਆ ਨੂੰ ਇਹ ਗੱਲ ਕਹਿੰਦਾ ਹੈ ਕਿ ਮੈਨੂੰ ਤਿੰਨਾਂ ਲੋਕਾਂ ਦਾ ਗਿਆਨ ਹੈ, ਪਤਾਲ ਵਿੱਚ ਕੀ ਹੁੰਦਾ ਮੈਨੂੰ ਉਹ ਵੀ ਪਤਾ, ਇੱਥੇ ਕੀ ਹੁੰਦਾ ਪਿਆ ਦੁਨੀਆ 'ਤੇ ਇਹ ਵੀ ਪਤਾ, ਸਵਰਗਾਂ ਵਿੱਚ ਕੀ ਹੁੰਦਾ ਮੈਨੂੰ ਇਹ ਵੀ ਪਤਾ, ਮੈਂ ਤਿੰਨਾਂ ਲੋਕਾਂ ਦਾ ਗਿਆਤਾ ਹਾਂ। ਲੋਕ ਆਉਂਦੇ, ਇਸ ਨੂੰ ਮੱਥਾ ਟੇਕਦੇ, ਇਹਦੀ ਪੂਜਾ ਕਰਦੇ, ਇਹਦੇ ਕੋਲੋਂ ਆਸ਼ੀਰਵਾਦ ਲੈਂਦੇ, ਅਤੇ ਬੜਾ ਪਖੰਡ ਭਰਮ ਫੈਲਾ ਕੇ ਬੈਠਾ ਹੋਇਆ। ਇੱਕ ਧਾਰਮਿਕ ਆਗੂ ਹੈ ਅਤੇ ਭਰਮ ਕਰਕੇ ਦੁਨੀਆ ਨੂੰ ਲੁੱਟਦਾ ਪਿਆ। ਬੜੀ ਸ਼ੋਭਾ ਇਲਾਕੇ ਦੇ ਵਿੱਚ, ਦੁਨੀਆ ਬੜਾ ਜਾਣਦੀ ਹੈ, ਦੂਰ ਦੂਰ ਤੱਕ ਲੋਕ ਚੱਲ ਕੇ ਆਉਂਦੇ। ਇਸੇ ਤਰ੍ਹਾਂ ਸਾਡੇ ਵੀ ਅੱਜ ਕੱਲ੍ਹ ਹੁੰਦਾ ਨਾ, ਕਿਸੇ ਦਾ ਮਾੜਾ ਜਿਹਾ ਨਾਂ ਆ ਜਾਵੇ ਅਤੇ ਲੋਕ ਭੱਜੇ ਜਾਂਦੇ ਵੀ ਫਲਾਣੀ ਥਾਂ 'ਤੇ ਫਲਾਣਾ ਵਿਅਕਤੀ ਹੈ, ਉਹਦੇ ਕੋਲ ਬੜੀ ਤਾਕਤ ਹੈ, ਬੜੀ ਪਹੁੰਚ ਹੈ। ਪਹੁੰਚ ਕੋਈ ਨਹੀਂ, ਕੇਵਲ ਪਖੰਡ ਜਿਹਨੇ ਵੱਡਾ ਕੀਤਾ, ਜਾਂ ਪਖੰਡ ਕਰਨ ਦਾ ਸਹੀ ਤਰੀਕਾ ਜਿਹਨੂੰ ਲੱਭ ਗਿਆ ਨਾ, ਉਹਦੀ ਮਸ਼ਹੂਰੀ ਆਪਣੇ ਆਪ ਹੋ ਜਾਣੀ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਦੋਂ ਇਸ ਇਲਾਕੇ ਵਿੱਚ ਗਏ, ਅਤੇ ਪਖੰਡੀ ਬੈਠਾ ਹੋਇਆ ਅੱਖਾਂ ਬੰਦ ਕਰਕੇ, ਕੋਈ ਕੋਲ ਆ ਕੇ ਬੈਠਦਾ ਹੈ, ਅੱਖਾਂ ਬੰਦ ਕਰਕੇ ਆਪਣੇ ਤਜਰਬੇ ਦੇ ਮੁਤਾਬਕ, ਆਪਣੀ ਪੜ੍ਹੀ ਹੋਈ ਵਿਦਿਆ ਦੇ ਮੁਤਾਬਕ ਕਈਆਂ ਦੇ ਦੁੱਖ ਦੱਸ ਦਿੰਦਾ, ਕਈਆਂ ਦੇ ਦੁੱਖਾਂ ਦਾ ਹੱਲ ਦੱਸ ਦਿੰਦਾ। ਨਾਲ ਇਹ ਗੱਲ ਕਹਿੰਦਾ ਕਿ ਮੈਨੂੰ ਤਿੰਨਾਂ ਲੋਕਾਂ ਦਾ ਗਿਆਨ ਹੈ, ਤੇਰੇ ਨਾਲ ਕੱਲ੍ਹ ਨੂੰ ਸਵਰਗ ਵਿੱਚ ਕੀ ਹੋਵੇਗਾ, ਜਾਂ ਜਦੋਂ ਸਰੀਰ ਛੱਡ ਕੇ ਜਾਵੇਂਗਾ ਸਵਰਗਾਂ ਵਿੱਚ ਤੇਰੇ ਨਾਲ ਕੀ ਹੋਣਾ ਉਹ ਵੀ ਮੈਨੂੰ ਪਤਾ ਹੈ। ਤੂੰ ਪਿਛਲੇ ਜਨਮ ਦੇ ਵਿੱਚ ਕੀ ਹੈ ਮੈਨੂੰ ਇਹ ਵੀ ਪਤਾ ਹੈ। ਭੋਲੇ ਭਾਲੇ ਲੋਕ ਇਹਦੇ ਨਾਲ ਗੁੰਮਰਾਹ ਹੋ ਜਾਂਦੇ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਦੋਂ ਗਏ, ਤੇ ਸਾਹਮਣੇ ਇਹਨੇ ਮੂਰਤੀ ਰੱਖੀ ਹੋਈ ਭਗਵਾਨ ਦੀ, ਤੇ ਮੂਰਤੀ ਦੇ ਅੱਗੇ ਜੋਤ ਜਗਦੀ ਪਈ, ਤੇ ਸਾਹਮਣੇ ਨੇਤਰ ਬੰਦ ਕਰਕੇ ਬੈਠਾ। ਤੇ ਸਤਿਗੁਰੂ ਪਾਤਸ਼ਾਹ ਇਹਦਾ ਪਖੰਡ ਦੂਰ ਕਰਨ ਵਾਸਤੇ ਨਾ ਭਾਈ ਮਰਦਾਨਾ ਜੀ ਨੂੰ ਮਹਾਰਾਜ ਨੇ ਇਸ਼ਾਰਾ ਕੀਤਾ, ਕਹਿਣ ਲੱਗੇ ਚੁੱਪ ਕਰਕੇ, ਖੜਕਾ ਨਹੀਂ ਕਰਨਾ, ਖੜਾਕ ਨਹੀਂ ਕਰਨਾ, ਇਹਦੀ ਮੂਰਤੀ ਚੁੱਕ ਕੇ ਤੇ ਕਿਸੇ ਪਾਸੇ ਲੁਕਾ ਦਿਓ, ਛੁਪਾ ਦਿਓ। ਮਹਾਰਾਜ ਦਾ ਹੁਕਮ ਹੋਇਆ, ਛੇਤੀ ਦੇ ਨਾਲ ਮੂਰਤੀ ਲੁਕਾ ਦਿੱਤੀ ਗਈ।
ਜਦੋਂ ਕੁਝ ਸਮੇਂ ਵਾਸਤੇ, ਕੁਝ ਸਮੇਂ ਤੋਂ ਬਾਅਦ ਇਹਨੇ ਅੱਖਾਂ ਖੋਲੀਆਂ ਤੇ ਸਾਹਮਣੇ ਮੂਰਤੀ ਨਹੀਂ ਹੈ। ਡਰ ਗਿਆ ਇੱਕ ਵਾਰੀ ਵੀ ਇੰਨੀ ਕੀਮਤੀ ਮੂਰਤੀ ਲਿਆਂਦੀ, ਇੰਨੇ ਪੈਸੇ ਲਾ ਕੇ ਮੇਰੀ ਮੂਰਤੀ ਬੜੀ ਸੋਹਣੀ ਹੈ, ਲੋਕ ਵੇਖ ਕੇ ਭਰਮ ਜਾਂਦੇ, ਕੌਣ ਚੁੱਕ ਕੇ ਲੈ ਗਿਆ। ਲੱਭਣ ਲੱਗ ਪਿਆ ਇੱਧਰ ਉੱਧਰ, ਸੱਜੇ ਖੱਬੇ ਅੱਗੇ ਪਿੱਛੇ ਦੌੜਿਆ ਫਿਰਦਾ, ਮੂਰਤੀ ਕੌਣ ਲੈ ਗਿਆ, ਮੂਰਤੀ ਕੌਣ ਲੈ ਗਿਆ। ਥੋੜ੍ਹੀ ਦੂਰ ਕੀ ਵੇਖਦਾ, ਸਤਿਗੁਰੂ ਬੈਠੇ ਹੋਏ ਤੇ ਭੱਜਾ ਹੋਇਆ ਮਹਾਰਾਜ ਦੇ ਕੋਲ ਆ ਗਿਆ। ਕਹਿਣ ਲੱਗਾ ਜੀ ਮੈਂ ਤੇ ਅੱਖਾਂ ਬੰਦ ਕੀਤੀਆਂ ਸਨ, ਮੇਰੀ ਮੂਰਤੀ ਕਿਸੇ ਨੇ ਚੁੱਕ ਲਈ ਹੈ, ਤੁਸੀਂ ਮੇਰੇ ਸਾਹਮਣੇ ਬੈਠੇ, ਤੁਸੀਂ ਵੇਖਿਆ ਹੋਵੇਗਾ ਕਿਸੇ ਨੂੰ ਲੈ ਕੇ ਜਾਂਦਿਆਂ, ਦੱਸੋ ਵੀ ਕੌਣ ਲੈ ਗਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਪੰਡਤ ਜੀ ਤੁਸੀਂ ਆਪੇ ਤੇ ਆਖਦੇ ਹੋ ਵੀ ਮੈਨੂੰ ਤਿੰਨਾਂ ਲੋਕਾਂ ਦਾ ਗਿਆਨ ਹੈ, ਤੇ ਮੂਰਤੀ ਫਿਰ ਤਿੰਨਾਂ ਲੋਕਾਂ ਤੋਂ ਬਾਹਰ ਤੇ ਨਹੀਂ ਨਾ ਗਈ ਹੋਵੇਗੀ। ਪਹਿਲੀ ਤੇ ਗੱਲ ਵੀ ਇਸੇ ਲੋਕ ਵਿੱਚ ਹੀ ਹੋਵੇਗੀ, ਅੱਗੇ ਪਿੱਛੇ ਕਿਤੇ ਵੇਖੋ ਇੱਥੇ ਹੀ ਪਈ ਹੋਣੀ ਹੈ। ਜੇ ਇੱਥੇ ਨਾ ਹੋਵੇਗੀ ਤੇ ਹੋ ਸਕਦਾ ਕੋਈ ਸ਼ਕਤੀ, ਕੋਈ ਕਰਾਮਾਤ ਪਤਾਲ ਵਿੱਚ ਲੈ ਗਈ ਹੋਵੇ, ਤੇ ਪਤਾਲ ਦਾ ਵੀ ਤੇ ਤੁਹਾਨੂੰ ਗਿਆਨ ਹੈ ਨਾ, ਤੁਸੀਂ ਇੱਥੇ ਬੈਠੇ ਹੀ ਧਿਆਨ ਮਾਰਨਾ ਤੇ ਪਤਾਲ ਵਿੱਚੋਂ ਮੂਰਤੀ ਲੱਭ ਲੈਣੀ। ਜਾਂ ਹੋ ਸਕਦਾ ਸਵਰਗ ਦਾ ਕੋਈ ਦੇਵਤਾ ਲੈ ਗਿਆ ਹੋਵੇ, ਧਿਆਨ ਮਾਰੋ ਸਵਰਗਾਂ ਦੇ ਵਿੱਚ, ਹੋ ਸਕਦਾ ਸਵਰਗਾਂ 'ਚ ਪਈ ਹੋਵੇ ਤੇ ਮੰਗਾ ਲਓ, ਤੁਹਾਡੇ ਕੋਲ ਤੇ ਤਾਕਤਾਂ ਹੋਈਆਂ ਨਾ, ਸ਼ਕਤੀਆਂ ਕਰਾਮਾਤਾਂ ਹੋਈਆਂ। ਜਦੋਂ ਮਹਾਰਾਜ ਨੇ ਬਚਨ ਕੀਤੇ ਤੇ ਸਮਝ ਗਿਆ ਮਹਾਰਾਜ ਦੀ ਚੋਟ ਨੂੰ ਵੀ ਸਤਿਗੁਰੂ ਕੀ ਕਹਿਣਾ ਚਾਹੁੰਦੇ, ਤੇ ਕਹਿਣ ਲੱਗਾ, ਕਹਿੰਦਾ ਮਹਾਰਾਜ ਜੀ ਇੰਨੀ ਤਾਕਤ ਹੋਵੇ, ਜੇ ਵਾਕਿਆ ਹੀ ਮੇਰੇ ਵਿੱਚ ਇੰਨੀ ਸ਼ਕਤੀ ਹੋਵੇ, ਜਿੰਨੀਆਂ ਮੈਂ ਗੱਲਾਂ ਕਰਦਾ ਵੀ ਤਿੰਨਾਂ ਲੋਕਾਂ ਦਾ ਗਿਆਨ ਹੈ, ਤੇ ਮੈਨੂੰ ਆ ਪਖੰਡ ਕਰਕੇ ਦੁਨੀਆ ਨੂੰ ਲੁੱਟਣਾ ਨਾ ਪਵੇ, ਮੈਂ ਚੁੱਪ ਕਰਕੇ ਬੈਠ ਨਾ ਜਾਵਾਂ ਆਪਣੇ ਘਰ ਵਿੱਚ ਜਾ ਕੇ। ਮੈਨੂੰ ਗਿਆਨ ਸੋਝੀ ਕੋਈ ਨਹੀਂ, ਇਹ ਮੇਰਾ ਪਖੰਡ ਹੈ, ਭਰਮ ਦਾ ਜਾਲ ਫੈਲਾ ਕੇ ਮੈਂ ਦੁਨੀਆ ਨੂੰ ਲੁੱਟਣਾ ਹੈ ਬਸ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਆਂਟ ਸੇਤੀ ਨਾਕ ਪਕੜੇ ਸੂਝਤੇ ਤਿੰਨ ਲੋ, ਮਗਰ ਪਾਛੈ ਕਛ ਨਾ ਸੂਝੈ ਇਹੋ ਪਦਮ ਅਲੋ। ਗੁਰਬਾਣੀ ਦਾ ਬਚਨ ਹੈ ਵੀ ਆਪਣੀ ਚੀਚੀ ਦੇ ਨਾਲ ਤੇ ਆਪਣੇ ਅੰਗੂਠੇ ਦੇ ਨਾਲ ਨੱਕ ਨੂੰ ਪਕੜ ਲੈਂਦਾ, ਆਖਦਾ ਮੈਂ ਤੇ 10ਵੇਂ ਦੁਆਰ ਦੇ ਵਿੱਚ ਸਾਹ ਚੜਾਏ ਹੋਏ ਨੇ, ਆਹ ਵੇਖੋ ਮੈਂ ਸਾਹ ਨਹੀਂ ਲੈਂਦਾ ਪਿਆ, ਮੇਰਾ ਮੂੰਹ ਵੀ ਬੰਦ ਹੈ, ਮੇਰਾ ਨੱਕ ਵੀ ਬੰਦ ਹੈ। ਆਂਟ ਸੇਤੀ ਨਾਕ ਪਕੜੈ, ਨੱਕ ਨੂੰ ਪਕੜ ਲੈਂਦਾ, ਮੈਂ ਸਾਹ ਰੋਕੇ ਹੋਏ ਨੇ, ਏਡਾ ਵੱਡਾ ਮੈਂ ਕਹਿ ਲਈਏ ਵੀ ਇਹ ਕਰਨ ਵਾਲਾ, ਯੋਗ ਅਭਿਆਸ ਨੂੰ ਕਰਨ ਵਾਲਾ ਹਾਂ, ਮੇਰੀ ਤੇ ਸਮਾਧੀ ਪਰਮਾਤਮਾ ਵਿੱਚ ਲੱਗੀ ਹੈ। ਆਂਟ ਸੇਤੀ ਨਾਕ ਪਕੜੇ ਸੂਝਤੇ ਤਿੰਨ ਲੋ, ਤਿੰਨਾਂ ਲੋਕਾਂ ਦੀ ਮੈਨੂੰ ਸੋਝੀ ਹੈ, ਤਿੰਨਾਂ ਲੋਕਾਂ ਦਾ ਮੈਨੂੰ ਗਿਆਨ ਹੈ। ਮਗਰ ਪਾਛੈ ਕਛ ਨਾ ਸੂਝੈ, ਉਹ ਭਲਿਆ ਤਿੰਨਾਂ ਲੋਕਾਂ ਦੇ ਗਿਆਨ ਕਹਿਣ ਵਾਲਿਆ, ਤੇਰੀ ਮੂਰਤੀ ਤੇਰੇ ਪਿਛਲੇ ਬੰਨੇ ਹੀ ਪਈ ਹੋਈ ਹੈ, ਬਹੁਤੀ ਕੋਈ ਦੂਰ ਨਹੀਂ ਹੈ, ਕੋਈ 5, 10 ਜਾਂ 20 ਗਜ ਦੀ ਦੂਰੀ 'ਤੇ ਹੈ। ਮਗਰ ਪਾਛੈ ਕਛ ਨਾ ਸੂਝੈ, ਤੇਰੇ ਮਗਰ ਪਈ ਹੋਈ ਮੂਰਤੀ ਤੇ ਤੈਨੂੰ ਦਿਸੀ ਨਹੀਂ। ਇਹ ਪਦਮ ਅਲੋ, ਮਹਾਰਾਜ ਕਹਿਣ ਲੱਗੇ ਇਹ ਹੈ ਭਰਮ, ਇਹ ਹੈ ਪਖੰਡ ਜਿਹੜਾ ਦੁਨੀਆ ਨੂੰ ਕਰਕੇ ਵਿਖਾਉਣਾ ਹੈ। ਕੋਲ ਕੁਝ ਨਹੀਂ ਹੈ, ਪਰ ਬਣਦਾ ਇਹ ਹੈ ਵੀ ਮੈਂ ਖੁਦ ਪਰਮਾਤਮਾ, ਮੇਰੇ ਕੋਲ ਆਓ, ਮੈਂ ਤੁਹਾਨੂੰ ਪ੍ਰਾਪਤੀ ਕਰਵਾ ਦਿਆਂਗਾ। ਤੇ ਗੁਰਮੁਖੋ ਸਾਡਾ ਦੇਸ਼ ਔਰ ਖਾਸ ਕਰਕੇ ਪੰਜਾਬ ਇਹੋ ਜਿਹੀ ਧਰਤੀ ਹੈ ਨਾ, ਇੱਥੇ ਪਖੰਡੀਆਂ ਦਾ ਬੜਾ ਹੀ ਬੋਲਬਾਲਾ। ਉਹਨੇ ਪਖੰਡੀ ਪੂਰੇ ਦੁਨੀਆ 'ਤੇ ਨਹੀਂ ਹੋਣਗੇ ਜਿੰਨੇ ਇੱਥੇ ਹੋਣਗੇ, ਕਿਉਂਕਿ ਪਖੰਡੀਆਂ ਦਾ ਤੋਰੀ ਫੁਲਕਾ ਉੱਥੇ ਚੱਲਣਾ ਜਿੱਥੇ ਕੋਈ ਤੁਹਾਡੇ ਭਰਮ ਦੇ ਵਿੱਚ ਫਸਣ ਵਾਲਾ ਹੈ, ਜਿੱਥੇ ਤੁਹਾਨੂੰ ਕੋਈ ਦਾਨ ਦਛਨਾ ਦੇਣ ਵਾਲਾ। ਪਖੰਡੀ ਗਰੀਬ ਇਲਾਕੇ ਵਿੱਚ ਨਹੀਂ ਹੋਣਗੇ, ਪਖੰਡੀ ਨੂੰ ਪਤਾ ਵੀ ਗਰੀਬ ਇਲਾਕੇ ਵਿੱਚੋਂ ਮੈਨੂੰ ਕੀ ਮਿਲਣਾ। ਜਾਂ ਪਖੰਡੀ ਉੱਥੇ ਨਹੀਂ ਹੋਣਗੇ ਜਿੱਥੇ ਲੋਕ ਪੜ੍ਹੇ ਲਿਖੇ ਤੇ ਸਿਆਣੇ ਹੋਣਗੇ। ਵਿਦੇਸ਼ ਵਿੱਚ ਚਲੇ ਜਾਓ ਉੱਥੇ ਘੱਟ ਮਿਲਣਗੇ, ਜਾਂ ਕਿਸੇ ਗਰੀਬ ਇਲਾਕੇ ਵਿੱਚ ਚਲੇ ਜਾਓ ਉੱਥੇ ਵੀ ਘੱਟ ਮਿਲਣਗੇ। ਤੇ ਸਾਡੇ ਇਲਾਕੇ ਵਿੱਚ ਪੰਜਾਬ ਦੀ ਧਰਤੀ ਤੇ ਹਿੰਦੁਸਤਾਨ ਦੀ ਧਰਤੀ ਤੇ ਇੱਥੇ ਮਗਰ ਲੱਗਣ ਵਾਲੇ, ਭਰਮ ਕਰਨ ਵਾਲੇ ਵੀ ਬੜੇ ਤੇ ਮਾਇਆ ਦੇਣ ਵਾਲੇ ਵੀ ਬੜੇ, ਉਹ ਤਾਂ ਕਰਕੇ ਪਖੰਡੀਆਂ ਦੀ ਗਿਣਤੀ ਵੱਧ ਹੈ। ਉਹ ਫਿਰ ਪਖੰਡੀ ਇਹ ਗੱਲ ਕਹਿੰਦੇ ਵੀ ਆਓ ਤੁਹਾਨੂੰ ਰੱਬ ਦੇ ਨਾਲ ਮਿਲਾਵਾਂ, ਤੇ ਅੱਜ ਤੇ ਗੁਰਮੁਖੋ ਡੇਰੇ ਬਣ ਗਏ, ਜਗ੍ਹਾ ਬਣ ਗਈਆਂ ਵੀ ਆਓ ਮੈਂ ਤੁਹਾਨੂੰ ਕਾਗਜ਼ੀ ਟੁਕੜਾ ਬਣਾ ਕੇ, ਸਰਟੀਫਿਕੇਟ ਬਣਾ ਕੇ ਦੇਵਾਂਗਾ, ਡਿਗਰੀ ਦੇਵਾਂਗਾ ਵੀ ਹਾਂ ਇਹ ਬੰਦਾ ਰੱਬ ਨੂੰ ਮਿਲਿਆ ਹੋਇਆ। ਰੱਬ ਨੂੰ ਮਿਲਣ ਦੀ, ਮਿਲਾਉਣ ਦੀ ਕੋਈ ਡਿਗਰੀ ਥੋੜ੍ਹੀ ਹੈ, ਕੋਈ ਸੰਸਾਰੀ ਪੜ੍ਹਾਈ ਨਹੀਂ ਹੈ। ਇਹੋ ਜਿਹੀਆਂ ਡਿਗਰੀਆਂ ਜੇ ਹੁੰਦੀਆਂ ਤੇ ਬਾਬਾ ਫਰੀਦ ਸਾਹਿਬ ਵਰਗੇ, ਬਾਬਾ ਕਬੀਰ ਸਾਹਿਬ ਵਰਗੇ ਜਿਨ੍ਹਾਂ ਨੇ ਰੱਬ ਨੂੰ ਪਾਇਆ, ਉਹ ਵੰਡ ਜਾਂਦੇ ਤੇ ਦੁਨੀਆ ਨੂੰ ਦੱਸ ਜਾਂਦੇ। ਪਰ ਅੱਜ ਉਹ ਭਰਮ ਕਰਕੇ ਦੁਨੀਆ ਨੂੰ ਮਗਰ ਲਾਇਆ ਜਾਂਦਾ। ਰੋਹ ਵਿਚਾਰ ਇਹ ਹੈ, ਮਹਾਰਾਜ ਕਹਿਣ ਲੱਗੇ ਹਿਕਮਤ ਦਵਾਈ ਬੂਟੀ ਦੇ ਨਾਲ ਪਖੰਡ ਕੀਤਿਆ, ਭਰਮ ਕੀਤਿਆ ਨਾ ਪਾਇਆ ਜਾਏ, ਰੱਬ ਨਹੀਂ ਪਾਇਆ ਜਾਂਦਾ। ਤੇ ਦੂਜਾ ਬਚਨ ਹੈ ਹੁਕਮ, ਬਾਦਸ਼ਾਹੀ ਹੁਕਮ ਦੇ ਨਾਲ ਵੀ ਰੱਬ ਨਹੀਂ ਮਿਲਦਾ।
ਜੇ ਕੋਈ ਬੰਦਾ ਆਖੇ ਨਾ ਵੀ ਮੈਂ ਵੱਡਾ ਬਾਦਸ਼ਾਹ ਬਣਾ ਤੇ ਮੈਂ ਹੁਕਮ ਕਰਾਂ ਤੇ ਰੱਬ ਮਿਲੇ, ਨਹੀਂ ਮਿਲੇਗਾ। ਔਰੰਗਜ਼ੇਬ ਬਾਦਸ਼ਾਹ ਹੈ ਤੇ ਬੜਾ ਵੱਡਾ, ਹਿੰਦੁਸਤਾਨ ਉਹਦੇ ਕੋਲੋਂ ਡਰਦਾ, ਵਾਰ-ਵਾਰ ਹੁਕਮ ਵੀ ਕਰਦਾ ਔਰ ਵਾਰ-ਵਾਰ ਬੇਨਤੀਆਂ ਵੀ ਕਰਦਾ ਵੀ ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮੈਂ ਤੁਹਾਡੇ ਦਰਸ਼ਨ ਕਰਨੇ। ਸਾਰਾ ਜ਼ੋਰ ਲਾ ਕੇ ਵੇਖ ਲਿਆ ਔਰੰਗਜ਼ੇਬ ਨੇ, ਪਰ ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੇ ਦਰਸ਼ਨ ਨਹੀਂ ਕਰ ਸਕਿਆ। ਮਹਾਰਾਜ ਕਹਿਣ ਲੱਗੇ ਨਾ ਦਵਾਈਆਂ ਦੇ ਨਾਲ ਤੇ ਨਾ ਹੁਕਮ ਦੇ ਨਾਲ ਪ੍ਰਮਾਤਮਾ ਪਾਇਆ ਨਹੀਂ ਜਾਂਦਾ, ਲੱਭਦਾ ਨਹੀਂ ਹੈ, ਮਿਲਦਾ ਨਹੀਂ ਹੈ। ਇਹ ਤੇਰੇ ਮਨ ਦਾ ਭਰਮ ਹੈ। ਕੋਈ ਵੈਦ ਹਕੀਮ, ਕੋਈ ਜੰਤਰ ਪੜ੍ਹਨ ਵਾਲਾ, ਕੋਈ ਤੰਤਰ ਪੜ੍ਹਨ ਵਾਲਾ, ਕੋਈ ਪਖੰਡੀ ਸਾਧ ਮੈਨੂੰ ਰੱਬ ਮਿਲਾ ਦੇਗਾ, ਨਹੀਂ। ਜਾਂ ਤੇਰੇ ਮਨ ਵਿੱਚ ਇਹ ਭਰਮ ਹੈ ਵੀ ਮੈਂ ਬਾਦਸ਼ਾਹ ਬਣ ਜਾਵਾਂ ਤੇ ਹੁਕਮ ਕਰਾਂ ਰੱਬ ਮਿਲ ਜਾਵੇ, ਤਾਂ ਵੀ ਨਹੀਂ ਮਿਲੇਗਾ। ਹਿਕਮਤ ਹੁਕਮ ਨਾ ਪਾਇਆ ਜਾਏ, ਇਸ ਤਰ੍ਹਾਂ ਨਹੀਂ ਉਹ ਮਿਲਦਾ। ਇਹ ਮਨ ਦਾ ਭਰਮ ਜਿਹੜਾ ਦੂਰ ਕਰਨਾ ਕਰ। ਕਿਉਂ ਕਰ ਸਾਚ ਮਿਲੋ ਮੇਰੀ ਮਾਏ। ਮੇਰੀ ਮਾਏ, ਹੇ ਮੇਰੇ ਭਾਈ, ਮੈਨੂੰ ਇਹ ਦੱਸੋ ਵੀ ਉਹ ਸੱਚੇ ਪ੍ਰਮਾਤਮਾ ਦੇ ਨਾਲ ਮਿਲਾਂ ਤੇ ਕਿਵੇਂ ਮਿਲਾਂ। ਮਿਲਣਾ ਚਾਹੁੰਦਾ ਪਰ ਮਿਲਿਆ ਨਹੀਂ। ਤੇ ਕੋਈ ਹੈ ਇਹੋ ਜਿਹਾ ਗੁਰਮੁਖ ਜਿਹੜਾ ਮੈਨੂੰ ਸਲਾਹ ਦੇ ਦੇਵੇ। ਕੋਈ ਕੰਮ ਨਾ ਬਣਦਾ ਹੋਵੇ ਸਾਡਾ ਜ਼ਿੰਦਗੀ 'ਚ, ਤਾਂ ਅਸੀਂ 2-4 ਬੰਦਿਆਂ ਦੀ ਸਲਾਹ ਤਜਰਬੇਕਾਰਾਂ ਦੀ ਜ਼ਰੂਰ ਲੈਂਦੇ ਹਾਂ ਵੀ ਹੋ ਸਕਦਾ ਇਹਦੇ ਤੋਂ ਪਤਾ ਲੱਗ ਜਾਵੇ। ਮਹਾਰਾਜ ਨੂੰ ਇਸ ਤਰ੍ਹਾਂ ਆ ਕੇ ਕਿਸੇ ਨੇ ਪੁੱਛਿਆ, ਕਹਿਣ ਲੱਗੇ ਜੀ ਉਸ ਪ੍ਰਮਾਤਮਾ ਨੂੰ ਕਿਵੇਂ ਮਿਲਿਆ ਜਾਂਦਾ, ਕਿਵੇਂ ਪਾਇਆ ਜਾਂਦਾ, ਕੋਈ ਦੱਸਣਾ ਕਰੋ। ਰਹਾਓ ਵਖਰ ਨਾਮ ਦੇਖਣ ਕੋਈ ਜਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਬਚਨ ਇਹ ਆ ਵੀ ਨਾਮ ਰੂਪੀ ਸੌਦਾ ਜੇ ਕਿਸੇ ਨੂੰ ਚਾਹੀਦਾ ਤੇ ਦੇਖਣ ਕੋਈ ਜਾਏ। ਸਤ ਸੰਗਤ ਨੂੰ ਜਾ ਕੇ ਵੇਖਿਆ ਕਿਸੇ ਨੇ? ਨਾਮ ਦਾ ਸੌਦਾ ਸੰਗਤ ਵਿੱਚੋਂ ਮਿਲਣਾ। ਜਿੱਥੇ ਆ ਕੇ ਬੈਠੇ ਹੋ ਨਾ, ਇਹ ਹੈ ਗੁਰੂ ਕੀ ਸਤ ਸੰਗਤ। ਪਰ ਸਤ ਸੰਗਤ ਵਿੱਚ ਤੇ ਆਉਣਾ ਅਸੀਂ ਚਾਹੁੰਦੇ ਨਹੀਂ। ਸਾਨੂੰ ਇੱਥੇ ਬੈਠਣਾ ਚੰਗਾ ਨਹੀਂ ਲੱਗਦਾ, ਸਾਨੂੰ ਇੱਥੇ ਆਉਣਾ ਚੰਗਾ ਨਹੀਂ ਲੱਗਦਾ। ਸਾਡੇ ਕੋਲ ਸਮਾਂ ਹੀ ਨਹੀਂ ਹੈ ਸੰਗਤ ਵਿੱਚ ਬੈਠਣ ਦਾ। ਦਿਨ ਤੋਂ ਰਾਤ, ਰਾਤ ਤੋਂ ਦਿਨ ਭੱਜਾ ਫਿਰਦਾ, ਦੌੜਦਾ ਰਹਿੰਦਾ ਹਰ ਵੇਲੇ। ਨਾ ਮਨ ਨੂੰ ਸ਼ਾਂਤੀ ਹੈ, ਨਾ ਸਰੀਰ ਨੂੰ ਸ਼ਾਂਤੀ ਹੈ, ਨਾ ਆਪ ਨੂੰ ਟਿਕਾ, ਨਾ ਕਿਸੇ ਨੂੰ ਕਰਨ ਦਿੰਦਾ। ਸਵਾਲ ਇਹ ਹੈ ਵੀ ਸਿਮਰਨਾ ਚਾਹੁੰਦਾ ਪਰ ਪਰਮਾਤਮਾ ਸਿਮਰਿਆ ਨਹੀਂ ਜਾਂਦਾ। ਮੈਂ ਪਾਉਣਾ ਚਾਹੁੰਦਾ ਪਰ ਪਰਮਾਤਮਾ ਪਾਇਆ ਨਹੀਂ ਜਾਂਦਾ। ਤੇ ਮਹਾਰਾਜ ਅੱਗੋਂ ਜਵਾਬ ਦਿੰਦੇ ਕਹਿਣ ਲੱਗੇ ਵਖਰ ਨਾਮ, ਨਾਮ ਰੂਪੀ ਸੌਦਾ ਚਾਹੀਦਾ, ਦੇਖਣ ਕੋਈ ਜਾਏ। ਇਹ ਨਾਮ ਸੌਦਾ ਸਤ ਸੰਗਤ ਵਿੱਚੋਂ ਮਿਲੇਗਾ, ਪਰ ਸੰਗਤ ਨੂੰ ਜਾ ਕੇ ਕੋਈ ਵੇਖਦਾ ਹੈ। ਸੰਗਤ ਵਿੱਚ ਆਉਣਾ ਪਸੰਦ ਨਹੀਂ, ਬੈਠਣਾ ਪਸੰਦ ਨਹੀਂ, ਸੰਗਤ ਵਿੱਚ ਆ ਕੇ ਕਥਾ ਕੀਰਤਨ ਸੁਣਨਾ ਪਸੰਦ ਨਹੀਂ। ਜਦੋਂ ਤੈਨੂੰ ਪਸੰਦ ਹੀ ਨਹੀਂ ਹੈ ਇਹ ਗੱਲਾਂ, ਤੇ ਫਿਰ ਮਿਲੇਗਾ ਕਿੱਥੋਂ? ਮਿਲੇਗਾ ਉਹਨਾਂ ਨੂੰ ਜੇ ਕੋਈ ਵਿਰਲਾ ਕੋਈ ਗੁਰਮੁਖ ਸੰਗਤ ਵਿੱਚ ਚੱਲ ਕੇ ਆਇਆ ਹੈ। ਨਾ ਕੋ ਚਾਖੈ ਨਾ ਕੋ ਖਾਏ। ਹੁਣ ਗੁਰਮੁਖੋ ਗੱਲ ਇਹ ਹੈ, ਸਵਾਲ ਪਹਿਲਾਂ ਇਹ ਆ ਗਿਆ ਸੀ ਵੀ ਕਿਉਂ ਸਿਮਰੀ ਮੈਂ ਪਰਮਾਤਮਾ ਨੂੰ ਸਿਮਰਾਂ, ਕਿਵੇਂ ਮੇਰੇ ਕੋਲੋਂ ਸਿਮਰਿਆ ਨਹੀਂ ਜਾਂਦਾ। ਤੇ ਮਹਾਰਾਜ ਨੇ ਦੂਜਾ ਬਚਨ ਲਿਖਿਆ ਵੀ ਮਨ ਤਪਦਾ ਪਿਆ ਤੇ ਜੀਵ ਵਿਰਲਾਪ ਕਰਦਾ ਪਿਆ, ਪਰ ਵਿਰਲਾਪ ਕਰਨੋਂ ਕਿਵੇਂ ਹਟੇ ਤੇ ਮਨ ਨੂੰ ਸ਼ਾਂਤੀ ਕਿਵੇਂ ਆਵੇ। ਇਹ ਸਵਾਲ ਨੇ ਨਾ। ਤੇ ਮਹਾਰਾਜ ਕਹਿਣ ਲੱਗੇ, ਉਹਦਾ ਜਵਾਬ ਦਿੰਦੇ ਪਏ, ਕਹਿਣ ਲੱਗੇ ਨਾ ਕੋ ਚੱਖ ਹੈ। ਨਾਮ ਦਾ ਚਖਣਾ ਕੀ ਹੈ? ਨਾਮ ਦਾ ਕੰਨਾਂ ਵਿੱਚ ਸੁਣਨਾ। ਮਹਾਰਾਜ ਕਹਿੰਦੇ ਨਾਮ ਨੂੰ ਕੰਨਾਂ ਵਿੱਚ ਸੁਣਨਾ ਕੋਈ ਨਹੀਂ ਚਾਹੁੰਦਾ, ਤੇ ਫਿਰ ਤੈਨੂੰ ਪ੍ਰਾਪਤ ਕਿਵੇਂ ਹੋਵੇ? ਤੂੰ ਤੇ ਪਹਿਲਾ ਰਸਤਾ ਹੀ ਬੰਦ ਕਰ ਦਿੱਤਾ। ਹੁਣ ਘਰ ਨੂੰ ਆਉਣ ਵਾਲਾ ਆਪਾਂ ਮੇਨ ਗੇਟ ਹੀ ਬੰਦ ਕਰ ਲਈਏ, ਤੇ ਫਿਰ ਘਰੇ ਕਿਵੇਂ ਜਾਵੇਂਗਾ? ਘਰੇ ਜਾਣ ਵਾਸਤੇ ਦਰਵਾਜ਼ਾ ਖੁੱਲ੍ਹਾ ਰੱਖਣਾ ਪੈਣਾ, ਵੱਡਾ ਰੱਖਣਾ ਪੈਣਾ। ਤੇ ਆਪਾਂ ਆਮ ਹੀ ਇਹ ਗੱਲ ਕਹਿੰਦੇ, ਬਾਕੀ ਦਰਵਾਜ਼ੇ ਛੋਟੇ ਚੱਲ ਜਾਣਗੇ ਠੀਕ ਹੈ, ਪਰ ਜਿਹੜਾ ਮੁੱਖ ਦੁਆਰ ਹੈ ਨਾ ਉਹ ਵੱਡਾ ਹੋਣਾ ਚਾਹੀਦਾ। ਉਹਦੇ ਵਿੱਚੋਂ ਮੇਰੀ ਗੱਡੀ ਅੰਦਰ ਆਵੇ, ਕੋਈ 4 ਜੀਅ ਆ ਜਾਣ ਤੇ ਅੰਦਰ ਆ ਜਾਣ। ਘਰ ਦੇ ਵਿੱਚ ਆਉਣਾ ਹੈ ਤੇ ਦਰਵਾਜ਼ਾ ਖੁੱਲ੍ਹਾ ਰੱਖਣ ਦਾ ਤੈਨੂੰ ਪਤਾ ਹੈ। ਪਰਮਾਤਮਾ ਨੇ ਤੇਰੇ ਅੰਦਰ ਆਉਣਾ, ਤੂੰ ਕੰਨ ਬੰਦ ਕਰਕੇ ਬੈਠਾ, ਉਹਨੇ ਕੰਨਾਂ ਦੇ ਰਾਹੀਂ ਆਉਣਾ, ਸ਼ਬਦ ਦੇ ਰਾਹੀਂ ਉਹਨੇ ਆਉਣਾ, ਤੇ ਸ਼ਬਦ ਨੂੰ ਤੂੰ ਸੁਣਨਾ ਨਹੀਂ ਚਾਹੁੰਦਾ। ਗੁਰਬਾਣੀ ਨੂੰ ਕੰਨਾਂ ਨਾਲ ਸੁਣਦਾ ਹੀ ਨਹੀਂ ਪਿਆ। ਕਿਸੇ ਦੇ ਕੋਲੋਂ ਪੜ੍ਹੀ ਹੋਈ ਕੀ ਸੁਣਨੀ ਹੈ? ਆਪਣੀ ਪੜ੍ਹੀ ਨੂੰ ਆਪ ਨਹੀਂ ਸੁਣਦਾ ਪਿਆ। ਸੰਗਤ ਵਿੱਚ ਬੈਠ ਕੇ ਕਥਾ ਕੀਰਤਨ ਸੁਣਨਾ ਤੇ ਇਹਦੇ ਕੋਲ ਸਮਾਂ ਨਹੀਂ, ਪਰ ਜਦੋਂ ਕਿਤੇ ਆਪ ਬਾਣੀ ਪੜ੍ਹਦਾ ਨਾ, ਆਪ ਪਾਠ ਕਰਦਾ, ਆਪਣੇ ਕਹੇ ਹੋਏ ਸ਼ਬਦ ਵੀ ਆਪ ਸੁਣਨ ਨੂੰ ਤਿਆਰ ਨਹੀਂ ਹੈ। ਫਟਾਫਟ ਜਲਦੀ ਦੌੜਿਆ ਜਾਂਦਾ। ਕੋਈ ਕੰਨ ਵਿੱਚ ਗੱਲ ਪਈ ਹੈ ਤੇ ਕੋਈ ਨਹੀਂ ਪਈ ਹੈ। ਮਹਾਰਾਜ ਕਹਿਣ ਲੱਗੇ ਪਹਿਲਾ ਬਚਨ ਹੈ ਨਾ ਕੋ ਚੱਖ ਹੈ। ਕਲਯੁਗ ਦਾ ਸਮਾਂ, ਸੰਸਾਰ ਦੇ ਲੋਕਾਂ ਦੀ ਹਾਲਤ ਇਸ ਤਰ੍ਹਾਂ ਦੀ ਹੈ, ਪਰਮਾਤਮਾ ਦੇ ਨਾਮ ਨੂੰ ਚਾਖੇ ਕਹੀਏ, ਸੁਣਨਾ ਕੋਈ ਨਹੀਂ ਚਾਹੁੰਦਾ।
ਨਾਮ ਸੁਣਤ ਜਨ ਬਿਛੂ ਡਸਾਨਾ। ਗੱਲਾਂ ਜਿੰਨੀਆਂ ਮਰਜ਼ੀ ਇਹਦੇ ਨਾਲ ਸੜਕ 'ਤੇ ਖੜ ਕੇ ਕਰਦਾ ਰਹੇ, ਕੋਈ ਸਾਨੂੰ ਮਿਲ ਜਾਵੇ ਨਾ ਆਉਂਦਾ ਜਾਂਦਾ ਰਾਹੀ, ਉਹਦੇ ਨਾਲ ਗੱਲਾਂ ਲੱਗ ਪਈਏ ਤੇ ਉਹਦੀਆਂ ਲੱਤਾਂ ਨਹੀਂ ਥੱਕਦੀਆਂ ਖਲੋਤੇ ਦੀਆਂ, ਨਾ ਉਹ ਕਦੇ ਟਾਈਮ ਵੇਖੇਗਾ। ਅੱਧਾ ਘੰਟਾ ਪੌਣਾ ਘੰਟਾ ਖਲੋਤਾ ਰਹੇਗਾ, ਗੱਲਾਂ ਕਰਦਾ ਰਹੇਗਾ। ਤੇ ਜੇ ਆ ਜਾਵੇ ਸੰਗਤ ਵਿੱਚ, ਇੱਥੇ ਆ ਕੇ ਥੱਕ ਜਾਂਦਾ। ਇੱਥੇ ਤੇ ਬੈਠਾ ਨਹੀਂ ਜਾਂਦਾ, ਸੜਕ 'ਤੇ ਖਲੋਤਾ ਗੱਲਾਂ ਕਰਦਾ ਰਿਹਾ, ਥੱਕਿਆ ਨਹੀਂ। ਸੰਗਤ ਵਿੱਚ ਬੈਠ ਕੇ ਸੁਣਨਾ ਵੀ ਔਖਾ ਲੱਗਦਾ, ਇੱਥੇ ਥੱਕ ਜਾਂਦਾ ਆ ਕੇ। ਫਿਰ ਆਸਰਾ ਲੱਭਦਾ ਵੀ ਆਸਰਾ ਲੱਭ ਜਾਵੇ। ਨਾਮ ਸੁਣਤ ਜਨ ਬਿਛੂ ਡਸਾਨਾ। ਨਾਮ ਨੂੰ ਸੁਣਨਾ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਬਿਛੂ ਡੰਗ ਮਾਰਦਾ, ਤੜਫਦਾ ਰਹਿੰਦਾ, ਬੈਠਾ ਹੋਇਆ ਵੀ ਤੜਫੀ ਜਾਂਦਾ, ਹਿੱਲੀ ਜਾਂਦਾ, ਭੁੜਕਦਾ ਪਿਆ, ਨੱਚਦਾ ਪਿਆ। ਨਾਮ ਨੂੰ ਸੁਣਨਾ ਚੰਗਾ ਨਹੀਂ ਲੱਗਦਾ ਪਿਆ। ਮਹਾਰਾਜ ਕਹਿਣ ਲੱਗੇ ਪਹਿਲਾ ਬਚਨ ਇਹ ਹੈ, ਨਾ ਕੋ ਚੱਖ ਹੈ। ਪਹਿਲੀ ਤੇ ਗੱਲ ਸੁਣਨਾ ਹੀ ਕੋਈ ਨਹੀਂ ਚਾਹੁੰਦਾ। ਤੇ ਦੂਜਾ ਬਚਨ ਹੈ ਵੀ ਜੇ ਕਿਸੇ ਨੇ ਲਿਆ ਨਾ ਸੁਣ, ਤੇ ਨਾ ਕੋ ਖਾਏ। ਖਾਏ ਤੋਂ ਭਾਵ ਹੁੰਦਾ ਗੁਰਮੁਖੋ ਧਾਰਨ ਕਰਨਾ। ਧਾਰਨ ਕਰਨਾ ਕੀ ਹੈ? ਮੰਨਣਾ। ਵੀ ਗੁਰੂ ਨੇ ਇਹ ਬਚਨ ਕਿਹਾ ਮੈਂ ਮੰਨਣਾ ਤੇ ਚਾਹੁੰਦਾ ਹੀ ਨਹੀਂ। ਪਹਿਲੀ ਤੇ ਗੱਲ ਸੁਣਨਾ ਹੀ ਨਹੀਂ ਚਾਹੁੰਦਾ। ਗੁਰੂ ਕੋਈ ਗੱਲ ਕਰਦਾ, ਗੁਰੂ ਕੋਈ ਉਪਦੇਸ਼ ਦਿੰਦਾ, ਕਹਿਣ ਲੱਗਾ ਮੈਂ ਤੇ ਖੁਦ ਹੀ ਬੜਾ ਸਿਆਣਾ। ਜੇ ਤੂੰ ਖੁਦ ਸਿਆਣਾ ਤੇ ਫਿਰ ਸੁਣੇਗਾ ਕਿਵੇਂ? ਸਿੱਖ ਨਾਮ ਸਿੱਖਣ ਵਾਲੇ ਦਾ, ਪਰ ਤੂੰ ਤੇ ਸਿਖਾਉਣ ਆ ਗਿਆ ਨਾ, ਤੂੰ ਸਿੱਖਣ ਨਹੀਂ ਆਇਆ। ਪਹਿਲੀ ਤੇ ਗੱਲ ਸਿੱਖਣਾ ਕੋਈ ਨਹੀਂ ਚਾਹੁੰਦਾ, ਸੁਣਨਾ ਕੋਈ ਨਹੀਂ ਚਾਹੁੰਦਾ। ਜੇ ਕਿਸੇ ਨੇ ਸੁਣ ਲਿਆ ਤੇ ਫਿਰ ਕੋਈ ਧਾਰਨ ਕਰਨਾ ਨਹੀਂ ਚਾਹੁੰਦਾ। ਇੱਕ ਕੰਨ ਛੱਡੇ ਸੁਣਿਆ ਤੇ ਦੂਜੇ ਕੰਨ ਕੱਢ ਦਿੱਤਾ। ਬਚਨ ਨੂੰ ਅੰਦਰ ਲੈ ਕੇ ਗਿਆ ਹੀ ਨਹੀਂ। ਜੋ ਬਾਂਸ ਵਜਾਈ ਹੈ ਫੂਕ, ਮੁਰਲੀ ਦੇ ਵਿੱਚ ਕਿਸੇ ਨੇ, ਬਾਂਸਰੀ ਦੇ ਵਿੱਚ ਕਿਸੇ ਨੇ ਫੂਕ ਮਾਰੀ ਹੈ, ਤੇ ਫੂਕ ਮਾਰ ਕੇ ਨਾ, ਫੂਕ ਮਾਰਨ ਵਾਲਾ ਲੱਭਦਾ ਪਿਆ ਵੀ ਬਾਂਸਰੀ ਵਿੱਚੋਂ ਫੂਕ ਕਿੱਥੇ ਪਈ ਹੈ। ਗੁਬਾਰੇ ਦੇ ਵਿੱਚ ਫੂਕ ਮਾਰੇਗਾ ਤੇ ਗੁਬਾਰੇ ਵਿੱਚ ਫੂਕ ਟਿਕ ਜਾਏਗੀ, ਗੁਬਾਰਾ ਫੁੱਲ ਜਾਏਗਾ। ਬਾਂਸਰੀ ਦੇ ਵਿੱਚ ਫੂਕ ਮਾਰਦਾ, ਬਾਂਸਰੀ ਨਹੀਂ ਫੁੱਲਦੀ ਹੈ, ਨਾ ਵਿੱਚੋਂ ਫੂਕ ਲੱਭਦੀ। ਉਹਦਾ ਕਾਰਨ ਇਹ ਹੈ, ਇੱਕ ਪਾਸਿਓਂ ਫੂਕ ਮਾਰੀ, ਦੂਜੇ ਪਾਸੇ ਨਿਕਲ ਗਈ ਹੈ। ਸੁਭਾਅ ਤੇਰਾ ਵੀ ਬਾਂਸਰੀ ਵਰਗਾ ਹੀ ਹੈ। ਇੱਕ ਪਾਸਿਓਂ ਗੱਲ ਸੁਣੀ ਤੇ ਦੂਜੇ ਪਾਸੇ ਨਾਲ ਹੀ ਝਾਟੀ ਕੱਢ ਦਿੱਤੀ, ਉਹਨੂੰ ਧਾਰਿਆ ਹੀ ਕੋਈ ਨਹੀਂ। ਫਿਰ ਤੈਨੂੰ ਪ੍ਰਾਪਤ ਕਿਵੇਂ ਹੋਵੇ? ਮਹਾਰਾਜ ਕਹਿਣ ਲੱਗੇ ਕਿਉਂ ਸਿਮਰੀ, ਸਿਮਰਿਆ ਨਹੀਂ ਜਾਏ। ਦੂਜਾ ਬਚਨ ਹੈ, ਨਾ ਕੋ ਚੱਖ ਹੈ ਨਾ ਕੋ ਖਾਏ। ਨਾ ਕੋਈ ਗੁਰੂ ਦੀ ਗੱਲ ਸੁਣਨੀ ਚਾਹੁੰਦਾ। ਜੇ ਕੋਈ ਸੁਣ ਲੈਂਦਾ ਤੇ ਫਿਰ ਕੋਈ ਉਹਨੂੰ ਧਾਰਨ ਨਹੀਂ ਕਰਨੀ ਚਾਹੁੰਦਾ। ਕੋਈ ਧਾਰਦਾ ਨਹੀਂ ਹੈ, ਕੋਈ ਮੰਨਦਾ ਨਹੀਂ ਹੈ ਕਿ ਗੁਰੂ ਨੇ ਬਚਨ ਕਿਹਾ ਤੇ ਮੈਂ ਮੰਨ ਲਵਾਂ। ਪਰ ਗੁਰਮੁਖੋ ਭਲਾ ਉਹਦਾ ਹੈ ਜਿਹਨੇ ਗੁਰੂ ਦਾ ਬਚਨ ਮੰਨਿਆ ਹੈ। ਗੁਰ ਕਹਿਆ ਸਾਕਾਰ ਕਮਾਵੋ। ਗੁਰੂ ਦਾ ਕਿਹਾ ਹੋਇਆ ਬਚਨ ਮੰਨੇਗਾ, ਭਲਾ ਤਾਂ ਹੋਣਾ ਹੈ। ਲੋਕ ਪਤੀਣਾ ਨਾ ਪਤ ਹੋਏ। ਅਸੀਂ ਦੁਨੀਆ ਨੂੰ ਖੁਸ਼ ਕਰਨ ਵਿੱਚ ਲੱਗੇ ਆ। ਫਲਾਣਾ ਸਾਡੇ ਪਰਿਵਾਰ ਦਾ ਮੈਂਬਰ ਖੁਸ਼ ਹੋ ਜਾਵੇ, ਲੀਡਰ ਖੁਸ਼ ਹੋ ਜਾਵੇ, ਅਫਸਰ ਖੁਸ਼ ਹੋ ਜਾਵੇ, ਇਲਾਕੇ ਦਾ ਚੌਧਰੀ ਮੋਹਤਬਾਰ ਖੁਸ਼ ਹੋ ਜਾਵੇ। ਮਹਾਰਾਜ ਕਹਿਣ ਲੱਗੇ ਲੋਕ ਪਤੀਨੇ, ਲੋਕਾਂ ਨੂੰ ਪਤਿਆਉਣ ਦੇ ਨਾਲ, ਲੋਕਾਂ ਨੂੰ ਖੁਸ਼ ਕਰਨ ਦੇ ਨਾਲ, ਲੋਕਾਂ ਦੀ ਚਾਪਲੂਸੀ ਕਰਨ ਦੇ ਨਾਲ, ਲੋਕਾਂ ਨੂੰ ਬਹੁਤੀ ਫੂਕ ਛਕਾਉਣ ਦੇ ਨਾਲ ਨਾ ਪਤ ਹੋਏ। ਤੇਰੀ ਪਰਲੋਕ ਵਿੱਚ ਇੱਜ਼ਤ ਕੋਈ ਨਹੀਂ ਹੋਣੀ। ਜਦੋਂ ਤੂੰ ਸਰੀਰ ਛੱਡ ਕੇ ਪਰਲੋਕ ਨੂੰ ਜਾਏਗਾ ਨਾ, ਤੇ ਧਰਮ ਰਾਜੇ ਦੇ ਸਾਹਮਣੇ ਖੜਾ ਹੋਵੇਗਾ, ਤੇ ਉਦੋਂ ਤੈਨੂੰ ਪੁੱਛਿਆ ਜਾਵੇਗਾ, ਤੂੰ ਕਹਿਣਾ ਜੀ ਮੈਨੂੰ 500 ਬੰਦਾ ਜਾਣਦਾ, ਮੈਨੂੰ 5000 ਬੰਦਾ ਜਾਣਦਾ, ਮੈਨੂੰ 5 ਲੱਖ ਬੰਦਾ ਜਾਣਦਾ। ਨਹੀਂ, ਇਸ ਗੱਲ ਨੇ ਤੈਨੂੰ ਜਮਾਂ ਕੋਲੋਂ ਛਡਾਉਣਾ ਨਹੀਂ। ਤੇ ਅੱਜ ਦਾ ਯੁੱਗ ਨਵਾਂ ਆ ਗਿਆ ਨਾ, ਕਹਿਣ ਲੱਗਾ ਵੀ ਫੇਸਬੁੱਕ ਟਵਿੱਟਰ ਤੇ ਮੇਰੇ ਬੜੇ ਫਰੈਂਡ ਬਣੇ ਹੋਏ, ਬੜੀ ਲੰਮੀ ਗਿਣਤੀ, ਹਜ਼ਾਰਾਂ ਦੇ ਵਿੱਚ। ਪਰ ਧਰਮ ਰਾਜੇ ਨੇ ਇਹ ਨਹੀਂ ਮੰਨਣਾ ਵੀ ਤੇਰੇ ਉੱਥੇ ਕਿੰਨੇ ਦੋਸਤ ਨੇ, ਕਿੰਨੇ ਤੈਨੂੰ ਵਧਾਈ ਦਿੰਦੇ, ਕਿੰਨਿਆਂ ਦੇ ਨਾਲ ਤੂੰ ਦੁੱਖ ਸੁੱਖ ਸਾਂਝਾ ਕਰਦਾ। ਨਹੀਂ, ਲੋਕਪਤੀ ਨੇ ਨਾ ਪਤ ਹੋਏ। ਲੋਕਾਂ ਦੇ ਨਾਲ ਮਿਲਣਾ ਜੁਲਣਾ ਬਣਾ ਕੇ, ਜਾਣ ਪਛਾਣ ਬਣਾ ਕੇ, ਲੋਕਾਂ ਕੋਲੋਂ ਜੈ ਜੈਕਾਰ ਕਰਵਾ ਕੇ ਵੀ ਤੇਰੀ ਪਰਲੋਕ ਦੇ ਵਿੱਚ ਇੱਜ਼ਤ ਕੋਈ ਨਹੀਂ ਹੋਣੀ। ਉੱਥੇ ਇਹ ਨਹੀਂ ਪੁੱਛਿਆ ਜਾਣਾ ਵੀ ਕਿੰਨੇ ਲੋਕ ਤੈਨੂੰ ਜਾਣਦੇ, ਕਿੰਨੇ ਲੋਕ ਤੈਨੂੰ ਚੰਗਾ ਕਹਿੰਦੇ। ਇਹ ਗੱਲ ਤੇ ਹੋਣੀ ਨਹੀਂ ਹੈ। ਤੇ ਫਿਰ ਲੋਕਾਂ ਨੂੰ ਖੁਸ਼ ਕਰਨ ਵਾਸਤੇ ਲੱਗਾ ਹੋਇਆ, ਇਹਦੇ ਨਾਲ ਕੋਈ ਲਾਭ ਨਹੀਂ ਹੈ। ਤਾਂ ਪਤ ਰਹਿ ਰਾਖੇ ਜਾ ਸੋਏ। ਇੱਜ਼ਤ ਉਹਦੀ ਰਹਿੰਦੀ ਹੈ ਜਿਹਦੀ ਇੱਜ਼ਤ ਪਰਮਾਤਮਾ ਰੱਖੇ, ਤੇ ਪਰਮਾਤਮਾ ਇੱਜ਼ਤ ਉਹਦੀ ਰੱਖੇਗਾ ਜਿਹੜਾ ਪਰਮਾਤਮਾ ਵਾਲਾ ਬਣੇਗਾ। ਜਿਹੜਾ ਗੁਰੂ ਵਾਲਾ ਬਣੇਗਾ ਤੇ ਗੁਰੂ ਹਾਮੀ ਉਹਦੀ ਭਰੇਗਾ। ਜਿਹੜਾ ਗੁਰੂ ਵਾਲਾ ਬਣਿਆ ਹੀ ਨਹੀਂ, ਉਹਦੀ ਇੱਜ਼ਤ ਬਣੇਗੀ ਕਿਵੇਂ? ਪਾਤਸ਼ਾਹ ਕਹਿਣ ਲੱਗੇ ਭਾਈ ਤਾਂ ਪਤ ਰੱਖੈ
ਉਹਦੀ ਪੱਤ ਤਾਂ ਰਹਿੰਦੀ ਹੈ ਜੇ ਪਰਮਾਤਮਾ ਰੱਖੇ ਕਿਰਪਾ ਕਰੇ ਤਾਂ ਇੱਜ਼ਤ ਬਣਦੀ ਹੈ। ਜਿਹਦੇ ਨਾਲ ਗੁਰੂ ਖੜਾ ਹੋ ਗਿਆ ਨਾ, ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾਕੇ, ਕਾਰਜ ਪੂਰਾ। ਜਿਹਦੇ ਸਿਰ ਤੇ ਗੁਰੂ ਖਲੋਤਾ ਭਾਈ, ਉਹਦੇ ਇੱਥੇ ਵੀ ਇੱਜ਼ਤ ਤੇ ਪਰਲੋਕ ਦੇ ਵਿੱਚ ਵੀ ਗੁਰੂ ਉਹਦਾ ਬਾਲ ਨਹੀਂ ਵਿੰਗਾ ਹੋਣ ਦਿੰਦਾ। ਐਸੀ ਇੱਜ਼ਤ ਮਾਨ ਬਖਸ਼ਿਸ਼ ਕਰਦੇ ਹਨ। ਜਦ ਦੇਖਾ ਤਾਂ ਰਹਾ ਸਮਾਏ, ਨਾਮ ਜਪਣ ਵਾਲੇ ਜਿੱਥੇ ਵੀ ਵੇਖਦੇ ਪਰਮਾਤਮਾ ਉੱਥੇ ਹੀ ਉਹਨਾਂ ਨੂੰ ਬਿਰਾਜਮਾਨ ਹੋਇਆ ਦਿਖਾਈ ਦਿੰਦਾ ਹੈ। ਤੁਧ ਬਿਨ ਦੂਜੀ ਨਾਹੀ ਜਾਏ, ਅਕਾਲ ਪੁਰਖ ਜੀ ਤੁਹਾਡੇ ਬਿਨਾ ਕੋਈ ਦੂਜੀ ਜਗ੍ਹਾ ਹੈ ਹੀ ਨਹੀਂ ਜਿੱਥੇ ਚਲੇ ਜਾਈਏ। ਤੁਹਾਨੂੰ ਛੋੜ ਕੇ, ਤੁਹਾਨੂੰ ਛੱਡ ਕੇ ਕਿੱਥੇ ਜਾਈਏ? ਕੋਈ ਦੂਜੀ ਜਗ੍ਹਾ ਨਹੀਂ ਹੈ। ਜੇ ਕੋ ਕਰੈ ਕੀਤੇ ਕਿਆ ਹੋਏ, ਪਾਤਸ਼ਾਹ ਕਹਿਣ ਲੱਗੇ ਜੇ ਕੋਈ ਜੀਵ ਕੁਝ ਕਰ ਵੀ ਲਵੇ ਨਾ, ਇਹਦੇ ਕੀਤਿਆਂ ਕੁਝ ਨਹੀਂ ਹੋਣਾ। ਬੰਦੇ ਦੇ ਕੀਤਿਆਂ ਕੁਝ ਨਹੀਂ ਹੁੰਦਾ ਹੈ। ਜਿਸਨੂੰ ਬਖਸ਼ੇ ਸਾਚਾ ਸੋਏ, ਪਰਮਾਤਮਾ ਜਿਹਨੂੰ ਬਖਸ਼ ਲਵੇ ਭਾਈ ਉਹੀ ਬਖਸ਼ਿਆ ਜਾਂਦਾ। ਜੇ ਬੰਦਾ ਆਪਣੇ ਆਪ ਚਾਹਵੇ ਨਾ ਵੀ ਮੈਂ ਬਖਸ਼ ਲਵਾਂ, ਬਖਸ਼ਾ ਲਵਾਂ, ਨਹੀਂ ਆਪਣੇ ਆਪ ਕੁਝ ਨਹੀਂ ਹੋਣਾ। ਜਿਹਨੂੰ ਉਹ ਬਖਸ਼ ਲੈਂਦਾ ਹੈ ਉਹੀ ਬਖਸ਼ਿਆ ਜਾਂਦਾ ਹੈ। ਹੁਣ ਉੱਠ ਚੱਲਣਾ ਮੋਹਤ ਕੇ ਤਾਲ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਜ਼ਿੰਦਗੀ ਦਾ ਸਮਾਂ ਤੇਰਾ ਬੜਾ ਥੋੜਾ ਹੈ, ਹੁਣ ਉੱਠ ਚੱਲਣਾ। ਕੋਈ ਪਤਾ ਨਹੀਂ ਇੱਥੇ ਬੈਠਿਆਂ ਹੀ ਤੈਨੂੰ ਹੁਕਮ ਆ ਜਾਵੇ ਵੀ ਚੱਲ ਭਾਈ ਤੈਨੂੰ ਲੈਣ ਆਇਆ। ਇਹ ਨਹੀਂ ਨਾ ਪਤਾ ਵੀ ਅਸੀਂ ਆਪਣਾ ਜੋੜਾ ਜਿਹੜਾ ਜਮ੍ਹਾਂ ਕਰਵਾਇਆ ਉਹ ਲੈ ਕੇ ਪੈਰਾਂ ਵਿੱਚ ਪਾਵਾਂਗੇ ਕਿ ਨਹੀਂ, ਤੇ ਨਾ ਇਹ ਪਤਾ ਵੀ ਇਹ ਜੋੜਾ ਪਾ ਕੇ ਘਰੇ ਜਾਵਾਂਗੇ ਕਿ ਨਹੀਂ। ਭਾਵੇਂ ਕਿ ਅਸੀਂ ਘਰ ਨੂੰ ਜੰਦਰਾ ਲਾ ਕੇ ਆਏ ਹਾਂ, ਘਰੇ ਕਹਿ ਕੇ ਆਏ ਵੀ ਮੈਂ ਹੁਣੇ ਚੱਲਿਆ ਤੇ ਹੁਣੇ ਆਇਆ, ਪਰ ਹੁਣੇ ਆਇਆ ਵਾਲਾ ਬਚਨ ਜਿਹੜਾ ਨਾ ਤੇਰੇ ਕੋਲ ਗਰੰਟੀ ਤੇ ਕੋਈ ਨਹੀਂ ਨਾ ਵੀ ਤੂੰ ਹੁਣੇ ਆਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹੁਣ ਉੱਠ ਚੱਲਣਾ। ਜਿੱਥੇ ਬੈਠਾ ਹੋਇਆ ਕੀ ਪਤਾ ਇੱਥੋਂ ਹੀ ਉੱਠ ਕੇ ਨਹੀਂ ਜਾਣਾ ਪੈਣਾ। ਤੇ ਰਿਸ਼ਤੇਦਾਰੀ ਤੇ ਜਾਂਦਾ ਹੈ, ਕਿਤੇ ਮਿਲਣ ਸੱਜਣ ਮਿੱਤਰ ਕੋਲ ਜਾਂਦਾ ਹੈ ਤੇ ਪਹਿਲਾਂ ਤਿਆਰੀ ਕਰਦਾ ਵੀ ਆਹ ਕੁਝ ਮੇਰੇ ਨਾਲ ਚਾਹੀਦਾ। ਪਰ ਜਿੱਥੇ ਪਰਲੋਕ ਨੂੰ ਜਾਣਾ ਹੈ ਨਾ, ਸਰੀਰ ਛੱਡ ਕੇ ਤਿਆਰੀ ਕੋਈ ਨਹੀਂ ਹੋ ਸਕਦਾ। ਇੱਥੋਂ ਹੀ ਉੱਠ ਕੇ ਜਾਣਾ ਪਵੇ ਤੇ ਤੇਰੇ ਕੋਲ ਕੀ ਹੈ ਨਾਲ ਲੈ ਕੇ ਜਾਣ ਨੂੰ? ਉਹ ਹੋਣਾ ਸੀ ਤੇਰੇ ਕੋਲ ਨਿਤਨੇਮ, ਤੇਰੇ ਕੋਲ ਨਾਮ, ਤੇਰੇ ਕੋਲ ਕਮਾਈ, ਪਰ ਉਹ ਤੇ ਕੀਤੀ ਨਹੀਂ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਲੰਮੀਆਂ ਸੋਚਾਂ ਸੋਚਣ ਵਾਲਿਆ, ਇਹ ਸੋਚ ਹੁਣ ਉੱਠ ਚੱਲਣਾ, ਹੁਣੇ ਉੱਠ ਕੇ ਜਾਣਾ ਪੈਣਾ ਹੈ, ਤੇਰੇ ਕੋਲ ਸਮਾਂ ਨਹੀਂ ਹੈ। ਕਿਆ ਮੁਦੇਸਾ ਗੁਣ ਨਹੀਂ ਨਾਲ, ਹੁਣ ਉੱਠ ਚੱਲਣਾ ਮੋਹਤ ਕੇ ਤਾਲ। ਮੋਹਤ ਨਾਮ ਅੱਧੀ ਘੜੀ ਦਾ ਹੈ। ਤੇਰੇ ਕੋਲ ਅੱਧੀ ਘੜੀ ਦਾ ਸਮਾਂ ਤੈਨੂੰ ਮਿਲੇ ਤੇ ਭਾਵੇਂ ਨਾ ਮਿਲੇ। ਹੋ ਸਕਦਾ 1 ਸਕਿੰਟ ਦੇ ਵਿੱਚ ਤੈਨੂੰ ਸਰੀਰ ਛੱਡ ਕੇ ਤੁਰਨਾ ਪਵੇ। ਹੋ ਸਕਦਾ ਤੈਨੂੰ ਅੱਧੀ ਘੜੀ ਦਾ ਸਮਾਂ ਮਿਲ ਵੀ ਜਾਵੇ। ਜਾਨ ਨਿਕਲਦਿਆਂ ਤੜਫਦਿਆਂ ਡਾਕਟਰ ਹਕੀਮ ਦੇ ਕੋਲ ਜਾਂਦਿਆਂ ਹੋ ਸਕਦਾ ਵੀ ਅੱਧੀ ਘੜੀ ਕੋਈ 12-14 ਮਿੰਟ ਦਾ ਸਮਾਂ ਮਿਲ ਜਾਵੇ, ਪਰ ਇਹ ਵੀ ਪੱਕੀ ਗੱਲ ਨਹੀਂ ਹੈ ਵੀ ਮਿਲ ਜਾਏਗਾ ਕਿ ਨਹੀਂ ਮਿਲ ਜਾਏਗਾ। ਹੁਣ ਉੱਠ ਚੱਲਣਾ ਮੋਹਤ ਨਾਮ ਅੱਧੀ ਘੜੀ ਦਾ, ਪਤਾ ਨਹੀਂ ਅੱਧੀ ਘੜੀ ਦਾ ਸਮਾਂ ਮਿਲੇਗਾ ਕਿ ਨਹੀਂ। ਤੇ ਤਾਲ ਤੋਂ ਭਾਵ ਹੁੰਦਾ ਗੁਰਮੁਖੋ ਸ਼ੀਘਰ, ਛੇਤੀ ਦੇ ਨਾਲ। ਹੋ ਸਕਦਾ ਇੰਨਾ ਸਮਾਂ ਹੀ ਨਾ ਮਿਲੇ, ਛੇਤੀ ਤੁਰਨਾ ਪਵੇ ਤੇ ਛੇਤੀ ਤੁਰੀਏ ਤੇ ਕਈ ਵਾਰੀ ਘਰ ਦੀਆਂ ਵਸਤੂਆਂ ਨਾਲ ਲਿਜਾਣ ਵਾਲੀਆਂ ਘਰੇ ਹੀ ਰਹਿ ਜਾਂਦੀਆਂ, ਚੇਤਾ ਹੀ ਭੁੱਲ ਜਾਂਦਾ, ਇੱਕੇ ਵਾਰੀ ਭੱਜ ਕੇ ਦੌੜਦਾ। ਮਹਾਰਾਜ ਕਹਿਣ ਲੱਗੇ ਜਦੋਂ ਸੰਸਾਰ ਤੋਂ ਕੂਚ ਕਰਨਾ ਨਾ, ਭੱਜ ਕੇ ਦੌੜਨ ਵਾਲੀ ਗੱਲ ਬਣਨੀ ਹੈ। ਇਹ ਤੇ ਕਮਾਈ ਕੀਤੀ ਨਾਲ ਨਿਭੇਗੀ, ਨਹੀਂ ਤੇ ਨਾਲ ਕੋਈ ਤੇਰੇ ਜਾਣਾ ਨਹੀਂ ਹੈ। ਕਿਆ ਮੋਹ ਦੇਸਾ ਗੁਣ ਨਹੀਂ ਨਾਲ, ਪਰਲੋਕ ਦੇ ਵਿੱਚ ਜਾ ਕੇ ਧਰਮ ਰਾਜੇ ਦੇ ਸਾਹਮਣੇ ਕੀ ਮੂੰਹ ਵਿਖਾਵੇਂਗਾ? ਕਿਆ ਮੋਹ ਦੇਸਾ, ਆਪਣਾ ਮੂੰਹ ਕੀ ਜਾ ਕੇ ਦਿਖਾਵੇਂਗਾ ਵੀ ਮੈਂ ਆਇਆ ਬੜੀਆਂ ਮਾੜੀਆਂ ਕਰਤੂਤਾਂ ਕਰਕੇ। ਮਾੜਾ ਕੰਮ ਕਰਕੇ ਤੇ ਵਿਅਕਤੀ ਆਪਣੇ ਜੀਆਂ ਦੇ ਮੱਥੇ ਨਹੀਂ ਲੱਗਣਾ ਚਾਹੁੰਦਾ, ਆਪਣੇ ਪਰਿਵਾਰ ਨੂੰ ਨਹੀਂ ਸਾਹਮਣੇ ਵੇਖਣਾ ਚਾਹੁੰਦਾ ਵੀ ਕੀ ਮੂੰਹ ਲੈ ਕੇ ਜਾਵਾਂ। ਧਰਮ ਰਾਏ ਜਬ ਲੇਖਾ ਮੰਗੇ ਤਬ ਕਿਆ ਮੁਖ ਲੈ ਕੇ, ਕੀ ਮੂੰਹ ਲੈ ਕੇ ਜਾਵੇਂਗਾ? ਇਹ ਗੰਦਾ ਮੂੰਹ ਜਿਹੜਾ ਕਲੰਕਿਤ ਕੀਤਾ ਹੋਇਆ ਮਾੜੇ ਕਰਮ ਕਰ ਕਰਕੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿਆ ਮੋਹ ਦੇਸਾਂ, ਕਿਹੜਾ ਮੂੰਹ ਲੈ ਕੇ ਵਿਖਾਵੇਂਗਾ? ਗੁਣ ਨਹੀਂ ਨਾਲ, ਜਾਣੇ ਤੇ ਨਾਲ ਗੁਣ ਸਨ ਪਰ ਗੁਣ ਤੇਰੇ ਕੋਲ ਹੈ ਕੋਈ ਨਹੀਂ। ਕੀਤੇ ਤੇ ਔਗਣ ਹੀ ਨੇ, ਕੀਤੇ ਤੇ ਪਾਪ ਹੀ ਨੇ, ਖਿੱਚੀਆਂ ਤੇ ਦੁਨੀਆ ਦੀਆਂ ਲੱਤਾਂ ਹੀ ਨੇ, ਦਿੱਤੇ ਤੇ ਦੁਨੀਆ ਨੂੰ ਦੁੱਖ ਨੇ। ਲੋਕਾਂ ਦੀਆਂ ਇਕੱਠੀਆਂ ਤੇ ਕੀਤੀਆਂ ਬਦਦੁਆਵਾਂ ਨਾਲ ਕੀ ਲੈ ਕੇ ਜਾਵੇਂਗਾ? ਨਾਲ ਕੋਈ ਚੰਗੀ ਚੀਜ਼ ਤੇਰੇ ਹੈ ਨਹੀਂ ਹੈ। ਜੈਸੀ ਨਦਰ ਕਰੇ ਤੈਸਾ ਹੋਏ, ਜਿਸ ਤਰ੍ਹਾਂ ਦੀ ਨਜ਼ਰ ਅਕਾਲ ਪੁਰਖ ਮਿਹਰ ਕਰਦਾ ਨੂੰ ਉਸ ਤਰ੍ਹਾਂ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ। ਵਿਣ ਨਦਰੀ ਨਾਨਕ ਨਹੀਂ ਕੋਏ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਪ੍ਰਮਾਤਮਾ ਦੀ ਨਜ਼ਰ ਤੋਂ ਬਿਨਾਂ, ਮਿਹਰ ਤੋਂ ਬਿਨਾਂ, ਕਿਰਪਾ ਤੋਂ ਬਿਨਾਂ, ਬਖਸ਼ਿਸ਼ ਤੋਂ ਬਿਨਾਂ
ਨਹੀਂ ਕੋਏ ਕੁਝ ਨਹੀਂ ਹੋ ਸਕਦਾ, ਨਾ ਕੋਈ ਕੁਝ ਕਰ ਸਕਦਾ। ਪਰਮਾਤਮਾ ਮਿਹਰ ਕਰ ਦੇਵੇ, ਬਖਸ਼ਿਸ਼ ਕਰ ਦੇਵੇ ਤੇ ਬੜਾ ਕੁਝ ਹੋ ਸਕਦਾ ਹੈ, ਨਾ ਕਰੇ ਤੇ ਕੁਝ ਵੀ ਨਹੀਂ ਹੁੰਦਾ। ਇਸ ਕਰਕੇ ਤਰਲਾ ਕਰਿਆ ਕਰ, ਅਰਦਾਸ ਕਰਿਆ ਕਰ, ਬੇਨਤੀ ਕਰਿਆ ਕਰ। ਜਦੋਂ ਮੱਥਾ ਟੇਕਦਾ, ਸਤਿਗੁਰੂ ਮੇਰੀ ਲਾਜ ਪੱਤ ਤੇਰੇ ਹੱਥ ਵਿੱਚ ਹੈ, ਮੈਨੂੰ ਨਾਮ ਦੀਆਂ ਦਾਤਾਂ ਦੇ, ਮੇਰਾ ਪਰਲੋਕ ਦੇ ਵਿੱਚ ਮੁਖ ਉਜਲਾ ਹੋ ਜਾਵੇ। ਨਾਨਕ ਤੇ ਮੁਖ ਉਜਲੇ, ਤਾਂ ਮੁਖ ਉਜਲੇ ਹੋਣੇ ਜੇ ਗੁਰੂ ਨਾਨਕ ਦੇਵ ਕਿਰਪਾ ਕਰਨਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਵੈ ਸਾਹਿਬ ਸਿਓ ਮੇਲ। ਹੁਣ ਉੱਠ ਚਲਣਾ ਮੋਹਤ ਕੇ ਤਾਲ, ਕਿਆ ਮੋਹ ਦੇਸਾ ਗੁਣ ਨਹੀਂ ਨਾਲ। ਜੈਸੀ ਨਦਰ ਕਰੇ ਤੈਸਾ ਹੋਏ, ਵੇਣ ਨਦਰੀ ਨਾਨਕ ਨਹੀਂ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ। ਚਰਨ ਕਮਲ ਸੰਗ ਲਾਗੀ ਡੋਰੀ, ਚਰਨ ਕਮਲ ਸੰਗ ਲਾਗੀ ਡੋਰੀ। ਚਰਨ ਕਮਲ